ਇਹ ਚੋਣ ਇੱਕ ਸਾਡੇ ਲਈ ਬੜੀ ਵੱਡੀ ਇੱਕ ਚੁਣੌਤੀ ਸੀ। ਸਾਨੂੰ ਕੋਈ ਹੋਰ ਕਹਿਣ ਵਿੱਚ ਗਰੇਜ ਨਹੀਂ ਗਾ, ਐਤਕੀ ਤਾਂ ਨੰਗਾ ਨਾਚ ਸਾਰਾ ਨੱਚਿਆ। ਜੇ ਬੀਬੀ ਜਗੀਰ ਕੌਰ ਜੀ ਅਕਾਲੀ ਦਲ ਦੇ ਵਿੱਚ ਇੱਧਰੋਂ ਪ੍ਰਧਾਨ ਬਣਦੇ ਆ ਤਾਂ ਉਹਨਾਂ ਨੂੰ ਕਿਵੇਂ ਦੇਖਿਆ ਜਾਂਦਾ, ਕਿਵੇਂ ਬੋਲਦੇ ਸੀ, ਕਿਵੇਂ ਕਿਸ ਹੱਦ ਤੱਕ ਜਾਂਦੇ ਸੀ, ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਕਿਸੇ ਨੂੰ ਸਿੱਧੇ ਤੌਰ ਤੇ ਆਪਾਂ ਗਾਲਾਂ ਕੱਢਣ ਨਾਲੋਂ ਜਾਂ ਧਰਮ ਪਰਿਵਰਤਨ ਨਾਲੋਂ ਅਸੀਂ ਆਪਣਾ ਘਰ ਤਕੜਾ ਕਰੀਏ। ਕਿਹੜੀ ਜ਼ਮੀਰ ਦੀ ਗੱਲ ਕਰਦੇ? ਜ਼ਮੀਰ ਮੰਨ ਲਓ ਕਿਹੜੀ, ਜੇ ਪਾਰਟੀ ਦੇ ਨਾਲ ਖੜੇ ਰਹਿਣਾ ਇਹ ਜ਼ਮੀਰ ਮਾਰਨ ਵਾਲੀ ਗੱਲ ਆ। ਜ਼ਮੀਰ ਤਾਂ ਉਹ ਮਾਰਦੇ ਰਹੇ ਵੀ ਜਿਹੜੇ ਉਲਟ ਇਹ ਫੈਸਲਾ ਕਰਵਾਉਂਦੇ ਰਹੇ, ਜਿਹੜੇ ਪੰਥ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਨਾਲ ਖੜੇ ਆ, ਉਹਨਾਂ ਨੂੰ ਲਾਂਭੇ ਕਰਦੇ ਰਹੇ। ਬਹੁਤ ਜ਼ੋਰ ਨਾਲ ਇਹ ਗੱਲ ਕਰ ਰਹੇ ਆ, ਅਮੈਜਲਮੈਂਟ ਦਾ ਮਸਲਾ ਆ। 328 ਸਰੂਪ ਨਾ ਕਦੇ ਬੇਅਦਬੀ ਹੋਈ, ਇੱਕ ਮੁੱਦਾ ਬਣਾ ਲਿਆ, ਹੁਣ ਫੇਰ ਸ਼ੁਰੂ ਕੀਤਾ ਇਹ ਮੁੱਦਾ ਇੱਕ ਕਿਸਮ ਦੇ ਨਾਲ। ਤੇ ਮੈਂ ਕਹਿੰਦਾ ਹੁਣ ਮੇਰੇ ਕੋਲ ਵੀ ਆ ਜਾਓ, ਆਪਾਂ ਵੀ ਕਰਨ ਨੂੰ ਗੱਲਬਾਤ ਕਰਨ ਨੂੰ ਤਿਆਰ ਹਾਂ, ਬਹਿਣ ਨੂੰ ਤਿਆਰ ਹਾਂ, ਕੋਈ ਦਿੱਕਤ ਨਹੀਂ ਐਵੇਂ ਦੀ। ਸੋ ਪ੍ਰਧਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਉਪਚਾਰਿਕ ਤੌਰ ਤੇ ਕਿ ਤੁਸੀਂ ਦੁਬਾਰਾ ਪ੍ਰਧਾਨ ਬਣੇ। ਤੁਹਾਨੂੰ ਵੀ, ਸਿੱਖ ਪੰਥ ਨੂੰ, ਸਾਰੇ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਸਮੁੱਚੀ ਕੌਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੁੜ ਕੇ ਮੈਨੂੰ ਇਹ ਮੌਕਾ ਬਖਸ਼ਿਸ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਕਿਰਪਾਲ ਸਿੰਘ ਬਡੂੰਗਰ, ਤੇ ਉਸ ਤੋਂ ਬਾਅਦ ਤੁਹਾਡਾ ਇਹ ਜ਼ਿਕਰ ਆਉਂਦਾ ਕਿ ਤੁਸੀਂ ਇਕਲੌਤੇ ਅਜਿਹੇ ਪ੍ਰਧਾਨ ਹੋ ਵੀ ਜਿਨ੍ਹਾਂ ਨੂੰ ਵਿਰੋਧੀ ਵੀ ਹਮਾਇਤ ਦਿੰਦੇ ਨੇ, ਅਦਬ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਮੁੱਚੀ ਇੱਕ ਸੰਸਥਾ ਦਾ ਪ੍ਰਧਾਨ ਆ ਜੀ। ਇਹ ਠੀਕ ਆ ਭਈ ਅਸੀਂ ਟਿਕਟਾਂ ਲੈ ਕੇ ਸਾਰੀ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤਦੇ ਹਾਂ, ਪਰ ਮੇਰਾ ਆਪਣਾ ਇਹ ਨਜ਼ਰੀਆ ਆ ਕਿ ਇਹ ਇੱਕ ਸੰਸਥਾ ਆ ਤੇ ਸਰਵ ਵਿਆਪਕ ਆ। ਸੋ ਮੇਰਾ ਯਤਨ ਹੁੰਦਾ ਵੀ ਭਾਵੇਂ ਮੈਂ ਇੱਕ ਧਿਰ ਦੇ ਵਿੱਚੋਂ ਰਿਪਰੈਜ਼ੈਂਟੇਸ਼ਨ ਲੈ ਕੇ ਆਇਆ, ਪਰ ਮੇਰਾ ਮੁੱਢਲਾ ਆਪਣੇ ਤੌਰ ਤੇ ਇੱਕ ਫਰਜ਼ ਵੀ ਬਣਦਾ ਕਿ ਸਾਰਿਆਂ ਨੂੰ ਸਮੁੱਚੇ ਤੌਰ ਤੇ ਇੱਕ ਅੱਖ ਨਾਲ ਹੀ ਦੇਖਾਂ। ਤੇ ਮੈਂ ਕੁਛ ਫਿਰ ਇਵੇਂ ਹੀ ਰੱਖਦਾ ਥੋੜ੍ਹਾ ਜਿਹਾ ਸੂਝ-ਬੂਝ ਦੇ ਨਾਲ ਕਿ ਕੋਈ ਬੰਦਾ ਜਿਸਲੇ ਕੋਈ ਨਿਰਪੱਖਤਾ ਵਾਲੀ ਗੱਲ ਲੈ ਕੇ ਆਉਂਦਾ, ਮੈਂ ਉਹਦੇ ਨਾਲ ਕੋਈ ਐਵੇਂ ਦਵੈਸ਼ ਭਾਵਨਾ ਵਾਲੀ ਗੱਲ ਨਹੀਂ ਕਰਦਾ। ਸੋ ਜਿਹੜੀ ਕੌਮ ਦੇ ਹਿੱਤਾਂ ਦੇ ਵਿੱਚ, ਸੰਸਥਾ ਦੇ ਹਿੱਤਾਂ ਦੇ ਵਿੱਚ ਗੱਲ ਹੋਵੇ, ਉਹਨਾਂ ਮੈਂ ਸਾਰਿਆਂ ਨੂੰ ਜਿਵਾਂ ਆ ਤੇ ਵੈਲਕਮ ਵੀ ਕਰਦਾ। ਇਸ ਵਾਰ ਦਾ ਜਿਹੜਾ ਨਤੀਜਾ ਰਿਹਾ ਆ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ? ਪਹਿਲਾਂ ਵੀ ਹਰ ਸਾਲ ਤਕਰੀਬਨ, ਕਿਉਂਕਿ ਅਹੁਦੇਦਾਰਾਂ ਦੀ ਚੋਣ ਹੁੰਦੀ ਆ, ਉਹਦੇ ਵਿੱਚ ਆ 5 ਸਾਲ ਜਦੋਂ ਸੁਪਰੀਮ ਕੋਰਟ 'ਚ ਸਟੇ ਰਿਹਾ ਉਦੋਂ ਨਹੀਂ ਹੋਈ, ਨਹੀਂ ਤਾਂ ਹਰ ਵਾਰੀ ਸਮੂਥਲੀ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ। ਕਈ ਵਾਰੀ ਇਦੋਂ ਵੱਧ ਝਗੜੇ ਵੀ ਪੈਂਦੇ ਰਹੇ ਕਿ ਧੜਿਆਂ ਦੀ ਕਈ ਵਾਰੀ ਲੜਾਈ ਆ ਜਾਂਦੀ ਰਹੀ ਆਪੋ ਵਿੱਚ ਹੀ, ਪਰ ਫਿਰ ਵੀ ਸਾਰਾ ਕਾਰਜ ਜਿਹੜਾ ਆ ਉਹ ਸਮੂਥਲੀ ਜਿਹੜਾ ਆ ਉਹ ਚੱਲਦਾ ਰਿਹਾ। ਪਰ ਆਹ ਜਿਹੜੀ ਚੋਣ ਸੀਗੀ, ਇਹ ਚੋਣ ਇੱਕ ਸਾਡੇ ਲਈ ਬੜੀ ਵੱਡੀ ਇੱਕ ਚੁਣੌਤੀ ਸੀ। ਚੁਣੌਤੀ ਮੈਂ ਇਸ ਕਰਕੇ ਕਹਿਣਾ ਕਿ ਵਿਦਨ ਪਾਰਟੀ ਡੈਮੋਕ੍ਰੇਸੀ ਤਾਂ ਹੈ, ਪਰ ਵਿਦਨ ਪਾਰਟੀ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਕਰਨ ਦਾ, ਪਰ ਮਨਾਉਣ ਦਾ ਹੱਕ ਨਹੀਂ। ਪਾਰਟੀ ਨੇ ਗੱਲ ਬੈਠ ਕੇ ਪਾਰਟੀ ਨੇ ਕਰਨੀ ਹੁੰਦੀ ਆ ਜੀ। ਸੋ ਬੀਬੀ ਜੀ ਨੇ ਇਹ ਆਪਣਾ ਯਤਨ ਸ਼ੁਰੂ ਕੀਤਾ, ਸਾਰਿਆਂ ਨੇ ਕੰਪੇਨ ਸ਼ੁਰੂ ਕੀਤੀ। ਪਾਰਟੀ ਨੇ ਜਿਸਲੇ ਦੇਖਿਆ ਵੀ ਹੁਣ ਪਾਣੀ ਸਿਰੋਂ ਟੱਪ ਗਿਆ, ਫਿਰ ਉਹਨਾਂ ਨਾਲ ਬੈਠ ਕੇ ਗੱਲ ਕੀਤੀ। ਚੀਮਾ ਸਾਹਿਬ ਨੇ ਬੈਠ ਕੇ ਗੱਲ ਕੀਤੀ, ਸੁਖਵੀਰ ਜੀ ਨੇ, ਪ੍ਰਧਾਨ ਜੀ ਨੇ ਆਪ ਉਹਨਾਂ ਨਾਲ ਬੈਠ ਕੇ ਗੱਲ ਕੀਤੀ। ਉਹ ਤੋਂ ਬਾਅਦ ਫਿਰ ਕੋਰ ਕਮੇਟੀ ਦੀ ਮੀਟਿੰਗ ਹੋਈ, ਫਿਰ ਮੁੜ ਕੇ ਰਖੜਾ ਸਾਹਿਬ ਤੇ ਚੀਮਾ ਸਾਹਿਬ ਫੇਰ ਗਏ ਉਹਨਾਂ ਕੋਲ। ਉਹ ਤੋਂ ਬਾਅਦ ਡਿਸਪਲਿਨਰੀ ਕਮੇਟੀ ਨੇ ਵੀ ਕਾਫੀ ਮੌਕੇ ਦਿੱਤੇ। ਉਹ ਤਾਂ ਸੀ ਵੀ ਚਲੋ ਪਾਰਟੀ ਦੇ ਵਿੱਚ ਕੋਈ ਇਹੋ ਜਿਹੀ ਖੜੋਤ ਜਾਂ ਪਾੜਾ ਨਾ ਵਧੇ, ਪਰ ਉਹ ਰੋਜ਼ ਦੀਆਂ ਰਿਪੋਰਟਾਂ ਜਿਹੜੀਆਂ ਮੇਰੇ ਕੋਲ ਆਈਆਂ, ਮਾਲਵੇ ਦੇ ਮੈਂਬਰ ਮੈਨੂੰ ਆ ਟੈਲੀਫੋਨਾਂ ਤੇ ਦੱਸਦੇ ਰਹੇ ਵੀ ਸਾਨੂੰ ਸਰਕਾਰ ਵੱਲੋਂ ਇਹ ਪੇਸ਼ ਹੋ ਰਹੀ ਆ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਜੀ। ਔਰ ਖ਼ਾਸ ਕਰਕੇ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਕਾਂਗਰਸੀਆਂ ਨੇ ਜਾਂ ਸਾਡੇ ਆਗੂ ਜਿਹੜੇ ਅਕਾਲੀ ਦਲ ਵਿੱਚੋਂ ਗਏ ਆ, ਉਹਨਾਂ ਨੇ ਉਹਨਾਂ ਮੈਂਬਰਾਂ ਦੇ ਨਾਲ ਨਿਸ਼ਾਨੇ ਵੀ ਸਾਧੇ, ਕਿਉਂਕਿ ਹੁਣ ਇਲੈਕਸ਼ਨ ਹੋ ਚੁੱਕੀ। ਮੈਂ ਤਾਂ ਨਾ ਮੈਂ ਕਰਾਂ ਹੋਰ ਵਧੂਗਾ ਟਕਰਾ ਜੀ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਮੈਂਬਰਾਂ ਨੇ ਸਾਡੇ ਨੇ ਕਿਹਾ ਵੀ ਤੁਸੀਂ ਤਾਂ ਹੁਣ ਬੀਜੇਪੀ 'ਚ ਚੱਲ ਗਏ, ਹੁਣ ਕੀ ਸਰੋਕਾਰ ਆ। ਕਹਿੰਦੇ ਜੀ ਤੁਸੀਂ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਓ। ਕਹਿੰਦੇ ਜ਼ਮੀਰ ਤਾਂ ਤੁਸੀਂ ਦੱਬ ਰਹੇ ਆ।
ਸਾਡੀ ਜ਼ਮੀਰ ਤਾਂ ਵਫਾਦਾਰੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੈਂਬਰ, ਤੇ ਆਵਾਜ਼ ਤਾਂ ਤੁਸੀਂ ਸਾਡੀ ਦਵਾ ਰਹੇ ਆ। ਉਹ ਮੈਨੂੰ ਬਹੁਤ ਸਾਰੇ ਟੈਲੀਫੋਨ ਆਉਂਦੇ ਰਹੇ। ਉਹ ਤੋਂ ਬਾਅਦ RSS ਵੀ ਆਪਣੇ ਤੌਰ ਦੇ ਉੱਤੇ ਸਾਡੇ ਸੀਨੀਅਰ ਮੈਂਬਰਸ਼ਿਪ ਜਿਹੜੇ ਸਾਡੇ ਸੀਨੀਅਰ ਅਕਾਲੀ ਆਗੂ ਆ ਉਹਨਾਂ ਨੂੰ ਵੀ ਮਿਲਦੇ ਰਹੇ। ਉਹਨਾਂ ਕੋਲ ਰਿਪੋਰਟਾਂ ਇਹ ਜਿਹੀਆਂ ਆਉਂਦੀਆਂ ਰਹੀਆਂ। ਉਹ ਤੋਂ ਇਲਾਵਾ ਫਿਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਬਣਾਏ ਤਾਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਸੀ ਵੀ ਮਾਈਨੋਰਟੀ ਦੇ ਹਿੱਤਾਂ ਦੀ ਰਾਖੀ ਕਰਨਗੇ, ਪਰ ਉਹਨੇ ਹਿੱਤਾਂ ਦੀ ਰਾਖੀ ਕਰਨ ਦੇ ਬਜਾਏ ਕੌਮ ਨੂੰ ਸਮੁੱਚੀ ਨੂੰ ਪਾੜ ਦਿੱਤਾ। ਉਹ ਵੀ ਮੈਨੂੰ ਰਿਪੋਰਟਾਂ ਆਈਆਂ ਵੀ ਬਾਈ ਆਪ ਪਰਸਨਲ ਤੌਰ ਦੇ ਉੱਤੇ ਟੈਲੀਫੋਨ ਕਰਦੇ ਰਹੇ ਆ। ਮੈਂ ਮੈਂਬਰ ਵੀ ਤੁਹਾਡੇ ਕੋਲੋਂ ਪੇਸ਼ ਕਰ ਸਕਦਾ ਵੀ ਤੁਸੀਂ ਐਤਕੀ ਤਕੜੇ ਹੋ ਕੇ ਆਪਣੇ ਜ਼ਮੀਰ ਦੀ ਆਵਾਜ਼ ਨਾਲ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਵੋਟਾਂ ਪਾਓ। ਉਹ ਮੈਨੂੰ ਫਿਰ ਟੈਲੀਫੋਨ ਕਰਦੇ ਰਹੇ। ਮੇਰਾ ਕਹਿਣ ਤੋਂ ਭਾਵ ਕਿ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਹੀ ਨਹੀਂ, ਤਨਦੇਹੀ ਦੇ ਨਾਲ ਜ਼ੋਰ BJP ਨੇ ਸਿੱਧੇ ਤੌਰ ਦੇ ਉੱਤੇ, RSS ਨੇ ਸਿੱਧੇ ਤੌਰ ਦੇ ਉੱਤੇ, ਤੇ ਖਾਸ ਕਰਕੇ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਜਿਨ੍ਹਾਂ ਦਾ ਫਰਜ਼ ਬਣਦਾ ਸੀ ਪ੍ਰੋਟੈਕਟ ਕਰਨਾ ਹਿਊਮਨ ਰਾਈਟ ਆਪਣੇ ਮਾਈਨੋਰਟੀ ਨੂੰ, ਉਹਨਾਂ ਨੇ ਇਹ ਸਾਰੇ ਯਤਨ ਕਰਕੇ ਇੱਦਾਂ ਦਾ ਲੋਕਾਂ ਦੇ ਵਿੱਚ ਟੈਰਰ ਜਿਹਾ ਪਾ ਦਿੱਤਾ ਵੀ ਸ਼ਾਇਦ ਐਤਕੀ ਇਹ ਇਲੈਕਸ਼ਨ ਕਿੱਡੀ ਕੁ ਭਾਰੀ ਹੋ ਗਈ ਆ। ਪਰ ਉਹ ਸਾਰਿਆਂ ਦੇ ਬਾਵਜੂਦ ਸਭ ਤੋਂ ਘਿਨਾਉਣੀ ਗੱਲ ਹਰਿਆਣੇ ਦੀ ਹੋਈ ਕਿ ਹਰਿਆਣੇ ਦੇ ਵਿੱਚ ਸਰਦਾਰ ਜਗਦੀਸ਼ ਸਿੰਘ ਜੀ ਝੀਂਡਾ ਉਹ ਮੁੱਖ ਮੰਤਰੀ ਨੂੰ ਮਿਲ ਰਹੇ ਆ। ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਆ ਕੇ ਬਾਹਰ ਪ੍ਰੈਸ ਕਾਨਫਰੰਸ ਕਰ ਰਹੇ ਆ। ਪੁੱਛਿਆ ਵੀ ਕਿੱਦਾਂ, ਕਹਿੰਦਾ ਜੀ ਵੀ ਖੱਟੜ ਸਾਹਿਬ ਕਹਿੰਦੇ ਹੁਣ 9 ਤਰੀਕ ਪਹਿਲਾਂ ਦੇਖ ਲਈਏ। ਤੇ ਇਹ ਫਿਰ 9 ਤਰੀਕ ਦੇਖਣ ਤੋਂ ਕੀ ਭਾਵ ਸੀ, ਕਿਉਂਕਿ ਉਹਨਾਂ ਦੀ ਧਰਮ ਰਾਜਨੀਤੀ ਇਕੱਠੀ ਨਹੀਂ, ਉਹ ਤਾਂ ਵੱਖਰਾ ਆਪਣਾ ਸਿਸਟਮ ਸਿੱਖਾਂ ਦਾ ਸਾਡਾ ਚੱਲਦਾ ਹੀ ਆ। ਉਹ ਗੱਲ ਬਿਲਕੁਲ ਤੈਅ ਹੋ ਗਈ ਸੀ ਕਿ ਹਰਿਆਣੇ ਦੇ ਮੈਂਬਰ ਸਾਹਿਬਾਨਾਂ ਨੂੰ ਪੂਰਾ ਸਨੱਬ ਕੀਤਾ ਗਿਆ ਵੀ ਅਸੀਂ ਤੁਹਾਨੂੰ ਇੱਥੇ ਜਿਹੜੀ ਹੌਕ ਕਮੇਟੀ ਬਣਾਵਾਂਗੇ, ਨੋਮੀਨੇਟ ਕਰਾਂਗੇ, ਤੁਸੀਂ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵੋਟਾਂ ਪਾਓ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਉਹਦੇ ਖਿਲਾਫ ਵੋਟਾਂ ਪਾਓ। ਸੋ ਇਹੋ ਜਿਹੀਆਂ ਗੱਲਾਂ ਸਾਰੀਆਂ। ਫਿਰ ਆਪ ਵਾਲੇ ਇਹ ਵੀ ਸਾਡੇ ਕੋਲ ਮੈਂਬਰ ਸਾਹਿਬਾਨ ਪਏ, ਆਪ ਵਾਲੇ ਵੀ ਪਈ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਓ। ਤੇ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਕਿਹੜੀ ਜ਼ਮੀਰ ਦੀ ਗੱਲ ਕਰਦੇ, ਜ਼ਮੀਰ ਮੰਨ ਲਓ ਕਿਹੜੀ, ਵੀ ਜੇ ਪਾਰਟੀ ਦੇ ਨਾਲ ਖੜੇ ਰਹਿਣਾ ਇਹ ਜ਼ਮੀਰ ਮਾਰਨ ਵਾਲੀ ਗੱਲ ਆ। ਜ਼ਮੀਰ ਤਾਂ ਉਹ ਮਾਰਦੇ ਰਹੇ ਵੀ ਜਿਹੜੇ ਉਲਟ ਇਹ ਫੈਸਲਾ ਕਰਵਾਉਂਦੇ ਰਹੇ, ਜਿਹੜੇ ਪੰਥ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਨਾਲ ਖੜੇ ਆ, ਉਹਨਾਂ ਨੂੰ ਲਾਂਭੇ ਕਰਦੇ ਰਹੇ। ਸੋ ਮੇਰਾ ਕਹਿਣ ਤੋਂ ਭਾਵ ਇਹ ਇੱਕ ਬੜੀ ਚੁਣੌਤੀ ਸੀ ਸਾਰਿਆਂ ਲਈ, ਪਰ ਗੁਰੂ ਪਾਤਸ਼ਾਹ ਦਾ ਅਪਾਰ ਕਿਰਪਾ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸਾਰੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਹੈ ਜਿਹਨੇ ਮੇਰੇ ਤੇ ਟਰਸਟ ਕਰਕੇ 5-6 ਦਿਨ ਪਹਿਲਾਂ ਨਾਂ ਵੀ ਅਨਾਉਂਸ ਕਰਤਾ ਸੀ। ਤੇ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ, ਉਹਨਾਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਇਸ ਔਖੀ ਘੜੀ ਦੇ ਵਿੱਚ ਸਾਥ ਦੇ ਕੇ ਮੈਨੂੰ ਅਗਲੇ ਆਉਂਦੇ ਸਾਲ ਲਈ ਜਿਹੜਾ ਮਾਣ ਬਖਸ਼ਿਸ਼ ਕੀਤਾ। ਪਰ ਜਿਵੇਂ ਪਿਛਲੀ ਵਾਰ 19 ਵੋਟਾਂ ਦਾ ਫਰਕ ਰਿਹਾ ਸੀ, ਇਸ ਵਾਰ ਉਹ 42 ਵੋਟਾਂ ਤੱਕ ਪਹੁੰਚ ਗਿਆ। ਇਸ ਫਰਕ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਮੇਰੀ ਵਾਰ 19 ਸੀ ਤੇ ਜਿਲੇ ਜਨਰਲ ਸਕੱਤਰ ਦੀ ਵੀ ਚੋਣ ਹੋਈ ਸੀ ਪੰਜੌਲੀ ਸਾਹਿਬ ਦੀ, ਉਦੋਂ 22 ਸੀਗੀਆਂ ਜੀ। ਉਹ ਤੋਂ ਬਾਅਦ ਕੁਝ ਮੈਂਬਰ ਸਾਡੇ BJP ਦੇ ਵਿੱਚ ਚਲੇ ਗਏ ਸਿੱਧੇ ਤੌਰ ਦੇ ਉੱਤੇ, ਕੁਝ ਸਾਡੇ ਮੈਂਬਰ ਆਪੋ ਵਿੱਚ ਹੀ ਕੁਝ ਵਿਚਾਰਧਾਰਾ ਮਤਭੇਦ ਹੋ ਗਏ, ਲਾ ਪਾ ਕੇ ਸਾਰੇ ਮੈਂ ਜਿਹੜੇ ਮੈਂਬਰ ਦੇਖਦਾ 32-33 ਮੈਂਬਰ ਜਿਹੜੇ ਆ ਉਹ ਕੁਝ ਆਪ 'ਚ ਚਲ ਗਏ ਜੀ। ਉਹ ਤੋਂ ਬਾਅਦ ਜਿਹੜੀ ਇਹ ਗਿਣਾਉਂਦੇ ਹੁਣ 42 ਦੀ ਗਿਣਤੀ, ਇਹ ਠੀਕ ਆ ਬਈ 8-10 ਮੈਂਬਰ ਜਿਹੜੇ ਆ ਉਹ ਸਾਡੇ ਪਾਸਿਓਂ ਇੱਥੋਂ ਖਿਸਕ ਕੇ ਇਧਰਲੇ ਪਾਸਿਓਂ, ਬਾਕੀ ਤਾਂ ਸਾਰਾ ਨੰਗੇ ਸੀ ਰਿਹਾ ਸੀ। ਤੇ ਜੇ ਬੀਬੀ ਹੁਣ ਇਹ ਕਲੇਮ ਕਰਨ ਵੀ 42 ਮੈਨੂੰ ਮਿਲੇ, ਉਹ ਤਾਂ ਆਲਰੇਡੀ ਪਹਿਲਾਂ ਜਿਹੜੇ ਬੀਬੀ ਖੜੀ ਸੀ ਉਦੋਂ ਵੀ ਖਿਲਾਫ ਪਏ ਸੀ। ਸੋ ਉਹਨਾਂ ਦੀ ਗਿਣਤੀ ਇੱਕ ਵੱਖਰੀ ਆ, ਉਹ ਕਿਉਂਕਿ ਆਪਣੇ ਤੌਰ ਤੇ ਵਿਚਾਰਧਾਰਾ ਤੌਰ ਤੇ ਆਪਣੇ ਵੱਖਰੇ ਖੜੇ ਸੀ। ਸੋ ਜਿਹੜੇ ਬਾਕੀ ਗਏ ਆ, ਚਲੋ ਕਈ ਵਾਰੀ ਪਰਿਵਾਰ ਦੇ ਵਿੱਚ ਰੋਸੇ ਹੁੰਦੇ ਆ, ਉਹ ਵੀ ਕੋਈ ਸ਼ਾਇਦ ਮੇਰੇ ਤੋਂ ਹੋਣ ਜਾਂ ਉਹਨਾਂ ਦੀ ਆਪਣੀ ਕੋਈ ਵਿਚਾਰਧਾਰਾ ਹੋਵੇ ਜਾਂ ਕਿਸੇ ਹੋਰ ਨਾਲ ਉਹਨਾਂ ਦੀ ਮਾੜੀ ਮੋਟੀ ਕਈ ਵਾਰੀ ਹੋ ਜਾਂਦੀ ਸਾਂਝ ਬਾਂਝ, ਤੇ ਉਹਨਾਂ ਦਾ ਅਸੀਂ ਮੁਲਾਂਕਣ ਕਰ ਰਹੇ ਹਾਂ। ਛੇਤੀ ਪਤਾ ਲੱਗ ਜਾਣਾ ਹੈ। ਕੁਛ ਦਾ ਅਸੀਂ ਉਧਰ ਮਾਲਵੇ ਦੇ ਆ, ਕੁਛ ਇੱਧਰ ਦੁਆਬੇ ਦੇ ਵੀ ਆ, ਉਹ ਸਾਰੇ ਪਤਾ ਲੱਗ ਜਾਣਗੇ। ਪਰ ਫਿਰ ਵੀ ਓਵਰਆਲ ਜਿਵੇਂ ਰੌਲਾ ਪਾਇਆ ਸੀ 80 ਸਾਡੇ ਕੋਲ, 100 ਸਾਡੇ ਕੋਲ, ਉਹ ਗਿਣਤੀ ਜਿਹੜੀ ਸੀ ਉਹ ਪੰਥ ਖਾਲਸੇ ਨੇ ਜਿਹੜੀ ਨਿਖਾਰ ਕੇ ਰੱਖ ਦਿੱਤੀ। ਇਹ ਤੁਹਾਡਾ ਮੈਂ ਅਖਬਾਰ ਦੇ ਵਿੱਚ ਪਰਸੋਂ ਬਿਆਨ ਵੀ ਸੀ, ਤੁਸੀਂ ਪਰਸੋਂ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਸੀ ਉਹਨਾਂ ਦੀ ਹਾਰ ਹੋਈ। ਮਾਰਚ 2021 ਦੇ ਵਿੱਚ ਵੀ, ਇਸ ਤੋਂ ਪਹਿਲਾਂ 2000 ਦੇ ਵਿੱਚ ਵੀ RSS ਦੇ ਖਿਲਾਫ ਆਪਾਂ ਰੈਜ਼ੋਲੂਸ਼ਨ ਪਾਸ ਕੀਤਾ ਸੀ। ਤੇ ਉਸੇ RSS ਦੀ ਜਿਹੜੀ ਸਿਆਸੀ ਵਿੰਗ ਹੈ ਭਾਰਤੀ ਜਨਤਾ ਪਾਰਟੀ, ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਚੱਲਦਾ ਆ। ਇਸ ਵਾਰ ਰਾਸ਼ਟਰਪਤੀ ਦੀ ਚੋਣਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਵੋਟ ਪਾਈ ਆ। ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਦੇ ਹੁਕਮਨਾਮੇ ਤੇ ਅਕਾਲੀ ਦਲ ਦੇ ਸਟੈਂਡ ਦੇ ਵਿੱਚ ਇਹ ਫਰਕ ਹੈਗਾ, ਤੇ ਇਹ ਵੀ ਇੱਕ ਤੁਹਾਡੇ ਲਈ ਵੱਡਾ ਸਵਾਲ ਉੱਭਰ ਕੇ ਆਏਗਾ?
ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸੰਬੰਧ ਆ, ਇਹ ਇਹਨਾਂ ਦੀ ਪੋਲੀਟੀਕਲ ਅਲਾਈਨਮੈਂਟ ਸੀ ਉਹਨਾਂ ਦੇ ਨਾਲ, ਜੀ ਉਹ ਜਿਹੜੀ ਚੱਲਦੀ ਰਹੀ। ਜਿਹੜੀ ਪਿੱਛੇ ਪ੍ਰੈਜ਼ੀਡੈਂਟ ਦੀ ਚੋਣ ਹੋਈ ਆ, ਉਹ ਇਹਨਾਂ ਨੇ ਇੱਕ ਕਿਉਂਕਿ ਆਦੀਵਾਸੀ ਦੇ ਨਾਲ ਉਹ ਸੰਬੰਧ ਰੱਖਦੀ ਸੀ, ਮਾਈਨੋਰਟੀ ਦੀ ਉਹ ਇੱਕ ਰਿਪਰੈਜ਼ੈਂਟੇਟਿਵ ਸੀਗੀ, ਉਸ ਕਰਕੇ ਇਹਨਾਂ ਨੇ ਤੱਕਿਆ ਵੀ ਜੇ ਕਾਂਗਰਸ ਨੂੰ ਪਾਵਾਂਗੇ ਫਿਰ ਵੀ, ਕਿਉਂਕਿ ਸਾਰੀ ਉਮਰ ਕਾਂਗਰਸ ਨਾਲ ਲੜਦੇ ਰਹੇ, ਤੇ ਜੇ ਬੀਜੇਪੀ ਨੂੰ ਪਾਵਾਂਗੇ ਤਾਂ ਵੀ, ਭਾਵੇਂ ਉਹ ਸਿੱਧੇ ਤੌਰ ਤੇ ਕੈਂਡੀਡੇਟ ਬੀਜੇਪੀ ਦੀ ਸੀ, ਪਰ ਅਕਾਲੀ ਦਲ ਨੇ ਫੈਸਲਾ ਸਿਰਫ ਮਾਈਨੋਰਟੀ ਕਰਕੇ ਤੇ ਆਦਿਵਾਸੀ ਕਰਕੇ ਲਿਆ। ਔਰ ਜਿੱਦਣ ਉਹ ਆਏ ਵੀ ਆ, ਉਹ ਆ ਕੇ ਉਹਨੇ ਪਰਸਨਲ ਤੌਰ ਤੇ ਇਹਨਾਂ ਨੂੰ ਅਪਰੋਚ ਵੀ ਕੀਤਾ ਵੀ ਤੁਸੀਂ ਮੇਰੀ ਮਦਦ ਕਰੋ, ਇਸ ਕਰਕੇ ਉਹ ਮਦਦ ਹੋਈ ਆ। ਦੂਜੀ ਗੱਲ ਜਿਹੜੀ ਆਰਐਸਐਸ ਵਾਲੀ ਆ, ਪਹਿਲਾਂ ਲੁਕਵੇਂ ਢੰਗ ਦੇ ਨਾਲ ਇਹਦੇ ਵਿੱਚ ਘਸਪੈਠ ਕਰਦੇ ਸੀ ਰਾਸ਼ਟਰੀ ਸਿੱਖ ਸੰਗਤ ਦੇ ਤੌਰ ਦੇ ਉੱਤੇ। ਤੇ ਮੈਨੂੰ ਉਹ ਵੀ ਸਮਾਂ ਚੇਤਾ, ਮੈਂ ਉਦੋਂ ਜਨਰਲ ਸਕੱਤਰ ਸੀ ਜਦੋਂ ਦਿੱਲੀ ਦੇ ਵਿੱਚ ਇਹਨਾਂ ਨੇ ਯਤਨ ਕੀਤਾ, ਸਿਰਸਾ ਸਾਹਿਬ ਪ੍ਰਧਾਨ ਸੀ ਉਦੋਂ, ਵੀ ਉੱਥੇ ਇੱਕ ਰਾਸ਼ਟਰੀ ਸੰਮੇਲਨ ਸੀ ਇਹਨਾਂ ਦਾ, ਤੇ ਸਾਰਾਵਾਂ ਵੀ ਖਾਲੀ ਕੀਤੀਆਂ, ਦੂਜੀਆਂ ਤੀਜੀਆਂ ਸਾਰੀਆਂ ਹੀ। ਉਹ ਕਿਉਂਕਿ ਇੱਕ ਲਾਈਨ ਉਹਨਾਂ ਦੀ ਆਪ ਦੀ ਇੱਕ ਵੱਖਰੀ ਆਈਡੀਓਲੋਜੀ ਆ, ਧਾਰਮਿਕ ਤੌਰ ਦੇ ਉੱਤੇ ਕਦੇ ਵੀ ਅਸੀਂ, ਜਦੋਂ ਇਹਨਾਂ ਦੇ ਨਾਲ ਸਰਕਾਰ ਦਾ ਹਿੱਸੇਦਾਰੀ ਵੀ ਸੀ, ਬੀਬੀ ਜਗੀਰ ਕੌਰ ਪ੍ਰਧਾਨ ਸੀ, ਉਦੋਂ ਅਸੀਂ ਇੱਕ ਜਨਰਲ ਇਜਲਾਸ ਦੇ ਵਿੱਚ ਮਤਾ ਵੀ ਰੱਖਿਆ ਸੀ। ਤੇ ਮੈਨੂੰ ਇਹ ਵੀ ਚੇਤਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਭਈ ਉਹਦੇ ਤੇ ਫਿਰ ਐਲੀਗੇਸ਼ਨ ਲੱਗੇ ਪਏ ਹਰਜਿੰਦਰ ਸਿੰਘ ਧਾਮੀ ਨੇ ਲਿਖਾਇਆ। ਇਹ ਇੱਕ ਐਲੀਗੇਸ਼ਨ ਲਾਇਆ ਸੀ ਵੀ ਤੁਹਾਨੂੰ ਕਿਹਨੇ ਲਿਖਾਇਆ ਇਹ, ਕਿਉਂਕਿ ਮੈਂ ਉਦੋਂ ਮੁੱਖ ਸਕੱਤਰ ਸੀ। ਪਰ ਮੈਂ ਭਾਂਪਦਾ ਸੀ ਇਸ ਗੱਲ ਨੂੰ ਵੀ ਜਿਹੜੀ ਆਰਐਸਐਸ ਆ, ਉਹ ਸਿੱਧੇ ਤੌਰ ਤੇ ਨਹੀਂ, ਲੁਕਵੇਂ ਤੌਰ ਤੇ ਕਰਦੀ ਸੀ, ਹੁਣ ਤਾਂ ਸਿੱਧੇ ਤੌਰ ਦੇ ਉੱਤੇ ਹੀ ਲਾਪਿਆ ਕਰਨ। ਤੇ ਇਸ ਕਰਕੇ ਸਾਨੂੰ ਕੋਈ ਹੋਰ ਕਹਿਣ ਵਿੱਚ ਗਰੇਜ ਨਹੀਂਗਾ। ਐਤਕੀ ਤਾਂ ਨੰਗਾ ਨਾਚ ਸਾਰਾ ਨੱਚਿਆ। ਸਾਰੀਆਂ ਜਥੇਬੰਦੀਆਂ ਵੀ ਜਿਹੜੀਆਂ ਸਿਧਾਂਤਕ ਆਪਣੇ ਆਪ ਨੂੰ ਕਹਾਉਂਦੀਆਂ ਸੀ, ਉਹਨਾਂ ਸਿਧਾਂਤਕ ਜਥੇਬੰਦੀਆਂ ਨੇ ਵੀ, ਜੇ ਬੀਬੀ ਜਗੀਰ ਕੌਰ ਜੀ ਅਕਾਲੀ ਦਲ ਦੇ ਵਿੱਚ ਆ, ਇੱਧਰੋਂ ਪ੍ਰਧਾਨ ਬਣਦੇ ਆ, ਤਾਂ ਉਹਨਾਂ ਨੂੰ ਕਿਵੇਂ ਦੇਖਿਆ ਜਾਂਦਾ, ਕਿਵੇਂ ਬੋਲਦੇ ਸੀ, ਕਿਵੇਂ ਕਿਸ ਹੱਦ ਤੱਕ ਜਾਂਦੇ ਸੀ, ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਤੇ ਮੈਂ ਉੱਦਾਂ ਵੀ ਬੇਨਤੀ ਕਰਦਾ ਵੀ ਆਪਾਂ ਕੁਛ ਸਿਸਟਮ ਰੱਖੀਏ। ਕੌਮ ਦੀ ਸਮੁੱਚੀ એનર્ਜੀ ਬਹੁਤ ਵੇਸਟ ਹੋ ਰਹੀ ਆ, ਆਪੋ ਵਿੱਚ ਹੀ ਲੜਾਈ ਆ, ਵਿਰੋਧੀ ਜਿਹੜੇ ਉਹ ਸਾਡੇ ਵੱਲ ਨੂੰ ਵੱਧ ਰਹੇ ਆ। ਸਾਡੇ ਕੋਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ, ਉਹਦਾ ਸਿੱਧੇ ਤੌਰ ਤੇ ਕਹਿ ਲਵਾਂ ਮੈਂ, ਸਿੱਧੇ ਤੌਰ ਤੇ ਪ੍ਰਬੰਧ ਉਹਨਾਂ ਕੋਲ ਚਲਿਆ ਗਿਆ। ਔਰ ਹਰਿਆਣਾ ਜਿਹੜਾ ਆ, ਉਹ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਤਹਿਤ ਉੱਥੇ ਹਰਿਆਣੇ ਦੀ ਸਰਕਾਰ ਕੀ ਕਰ ਰਹੀ ਹੈ ਵੀ ਸਾਡੇ ਸਾਹਮਣੇ ਆ। ਆਪਾਂ ਰਲ ਕੇ ਕੌਮ ਜਿਹੜੀ ਆ, ਚਲੋ ਵਿਚਾਰਧਾਰਕ ਮਤਭੇਦ ਆਪਣੇ ਥਾਂ ਤੇ ਆ, ਪਰ ਇਹ ਸੰਸਥਾਵਾਂ ਬਚਾਉਣ ਲਈ ਆਪਾਂ ਸਾਰੇ ਇੱਕ ਥਾਂ ਇਕੱਠੇ ਹੋ ਜਾਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ ਤੇ ਹਰ ਇੱਕ ਉਹਨਾਂ ਸਿਧਾਂਤਾਂ ਤੇ ਪਹਿਰਾ ਦਿੰਦੀ ਆ ਜਿਹੜੇ ਸਿੱਖ ਸੋਚ ਦੇ ਨਾਲ ਜਾਂ ਸਿੱਖ ਸੋਚ ਨੂੰ ਕਿਤੇ ਮਾਰਨ ਦਾ ਯਤਨ ਕਰਦੇ ਆ, ਉਹਨਾਂ ਦੇ ਖਿਲਾਫ ਵੀ ਖੜਦੀ ਆ। ਮੈਂ ਦੇਖ ਰਿਹਾ ਸੀ ਕਿ ਤੁਹਾਡੇ ਕਾਰਜਕਾਲ ਦੇ ਦੌਰਾਨ ਤੁਸੀਂ 65,000 ਸਿੰਘ ਅੰਮ੍ਰਿਤ ਛਕ ਕੇ ਸਿੰਘ ਸੱਜੇ ਨੇ। ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ ਅਸੀਂ ਬਹੁਤ ਸ਼ਰਧਾ ਦੇ ਨਾਲ ਮਨਾਇਆ। ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਯਾਦ ਕੀਤਾ। ਧਰਮ ਪਰਿਵਰਤਨ ਵਾਲੇ ਮੁੱਦੇ ਨੂੰ ਤੁਸੀਂ ਬਹੁਤ ਸੰਵੇਦਨਸ਼ੀਲ ਢੰਗ ਦੇ ਨਾਲ ਲੈ ਕੇ ਉਸ ਦੇ ਪ੍ਰਚਾਰ ਨੂੰ ਅੱਗੇ ਵਧਾਇਆ। ਤੇ ਹੁਣ ਬਤੌਰ ਪ੍ਰਧਾਨ ਤੁਹਾਡੇ ਅਗਲੀਆਂ ਸਰਗਰਮੀਆਂ ਕਿਹੜੀਆਂ ਹੋਣਗੀਆਂ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਜਿਹੜਾ ਆ, ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੀ ਆ। ਅਸੀਂ ਐਤਕੀ ਇਹ ਨਿਰਣਾ ਕੀਤਾ ਸੀ ਜਨਵਰੀ ਦੇ ਵਿੱਚ ਵੀ ਹਰ ਇੱਕ ਹਲਕਾ ਮੈਂਬਰ ਆਪਣੇ ਆਪਣੇ ਹਲਕੇ ਦੇ ਵਿੱਚ ਇੱਕ ਅੰਮ੍ਰਿਤ ਸੰਚਾਰ ਕਰਾਵੇ। ਕਈਆਂ ਨੇ ਤਾਂ 2-2 3-3 ਵਾਰੀ ਵੀ ਅੰਮ੍ਰਿਤ ਸੰਚਾਰ ਕਰਾਏ ਆ। ਮੈਂ ਆਪਦੇ ਹਲਕੇ 'ਚ ਵੀ 2 ਅੰਮ੍ਰਿਤ ਸੰਚਾਰ ਹੋਏ ਆ। ਉਹ ਸਾਡਾ ਮੁੱਖ ਲਕਸ਼ ਸੀਗਾ ਵੀ ਵਿਰੋਧੀ ਜਿਹੜੇ ਸਾਨੂੰ ਰੋਜ਼ ਕਹਿ ਰਹੇ ਆ ਵੀ ਇੱਥੇ ਇਸਾਈਅਤ ਫੈਲ ਰਹੀ, ਅਸੀਂ ਆਪਣੇ ਘਰ ਨੂੰ ਪੱਕਾ ਕਰੀਏ। ਇਸੇ ਤਰਜ਼ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਲਗਭਗ ਉਹ ਅਸੀਂ ਮੁਹਿੰਮ ਹੁਣ ਜ਼ਿਆਦਾ ਤੇਜ਼ ਕਰਾਂਗੇ, ਔਰ ਉਹਦਾ ਸਾਨੂੰ ਰਿਜ਼ਲਟ ਵੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਧੀਆ ਮਿਲ ਰਿਹਾ। ਤੇ ਮੈਂ ਯਤਨ ਇਸ ਵਾਰ ਵੀ ਕਰੂੰਗਾ। ਹੁਣ ਅਸੀਂ ਐਤਕੀ ਥੋੜ੍ਹਾ ਜਿਹਾ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ, ਅਸੀਂ ਹੁਣ ਜਿਹੜੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਕਰਾਂਗੇ, ਉਹਦੇ ਵਿੱਚ ਅਸੀਂ ਹਲਕਾ ਮਤਲਬ ਇੰਚਾਰਜ ਬਣਾ ਦਿੱਤੇ ਆ ਮੈਂਬਰ ਸਾਹਿਬਾਨ। ਹੁੰਦਾ ਕੀ ਆ ਵੀ ਕਿਉਂਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਵੀ ਉਹੀ ਪ੍ਰਧਾਨ ਹੁੰਦਾ, ਸਾਰਿਆਂ ਦਾ ਓਵਰਆਲ ਪਾਵਰਾਂ ਸਾਰੀਆਂ ਉਹਦੇ ਕੋਲ ਹੀ ਆ। ਅਸੀਂ ਐਤਕੀ ਡੀਸੈਂਟਰਲਾਈਜੇਸ਼ਨ ਕਰਕੇ ਵੀ ਜਿਹੜੇ ਅਧਿਕਾਰੀ ਦਾ ਕਾਰਜ ਕਰਦੇ ਨਾਲ ਮੈਂਬਰ ਇੰਚਾਰਜ ਲਾਏ ਆ ਸਾਰੇ ਵਿੰਗਾਂ ਦੇ ਵੱਖੋ ਵੱਖਰੇ, ਉਹ ਮਹੀਨੇ ਬਾਅਦ ਫਿਰ ਰਿਪੋਰਟ ਦੇਣਗੇ। ਕਈਆਂ ਨੇ ਇਹ ਵੀ ਕਹਿ ਦਿੱਤਾ ਜੀ ਸ਼ਾਇਦ ਇਹ ਐਗਜੈਕਟਿਵ ਨੂੰ ਚੁਣੌਤੀ ਆ। ਕੋਈ ਐਗਜੈਕਟਿਵ ਨੂੰ ਚੁਣੌਤੀ ਨਹੀਂ, ਐਗਜੈਕਟਿਵ ਆਪਣੇ ਥਾਂ ਸੁਪਰੀਮ ਆ, ਉਹਨੇ ਸਾਰੇ ਫੈਸਲੇ ਸਮੁੱਚੇ ਤੌਰ ਤੇ ਕਰਨੇ ਆ। ਮੈਂ ਤਾਂ ਹਰ ਇੱਕ ਵਿੰਗ ਇੱਕ ਐਤਕੀ ਵੱਖਰਾ ਬਣਾਇਆ,
ਉਹਦੇ 'ਚ ਹਲਕਾ ਇੰਚਾਰਜ, ਆਪਣੇ ਹਲਕਾ ਇੰਚਾਰਜ ਨਾ ਕਹਿ ਲਵਾਂ, ਇੰਚਾਰਜ ਮੈਂਬਰ ਲਾਇਆ। ਉਹ ਮੈਂਬਰ ਇੰਚਾਰਜ ਮਹੀਨੇ ਬਾਅਦ ਆਪਦੀ ਕਾਰਗੁਜ਼ਾਰੀ ਦਊਗਾ ਸਾਰੀ ਦੀ ਸਾਰੀ, ਕਿਉਂਕਿ ਇਮਾਰਤਾਂ ਦਾ ਚਾਹੇ ਕੰਮ ਕਹਿ ਲਵਾਂ, ਚਾਹੇ ਆਪਣੇ ਜਾਇਦਾਦਾਂ ਦਾ ਕਹਿ ਲਈਏ, ਚਾਹੇ ਐਜੂਕੇਸ਼ਨ ਦਾ ਕਹਿ ਲਈਏ, ਚਾਹੇ ਧਰਮ ਪ੍ਰਚਾਰ ਦਾ ਕਹਿ ਲਈਏ, ਫਾਈਨਾਂਸ ਦਾ ਕਹਿ ਲਈਏ, ਬਿਲਡਿੰਗਸ ਦਾ ਕਹਿ ਲਈਏ, ਉਹ ਸਾਰੀਆਂ ਇਸ ਕਰਕੇ ਬਣਾਈਆਂ ਵੀ ਉਹ ਕਾਰਗੁਜ਼ਾਰੀ ਆਉਂਦੇ ਸਾਲ ਦੇ ਵਿੱਚ ਆਪਾਂ ਜਿਹੜੀ ਆ ਉਹ ਵਧੀਆ ਹੋਵੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਜੋ ਲਕਸ਼ ਲੈ ਕੇ ਤੁਰੇ ਸੀ ਉਹ ਲਕਸ਼ ਹਾਲੇ ਵੀ ਉਵੇਂ ਦਾ ਉਵੇਂ ਹੀ ਤੁਰਿਆ ਆ ਸਾਡਾ। ਦੂਜਾ ਜਿਹੜਾ ਬਾਰਡਰ ਏਰੀਆ ਦੇ ਵਿੱਚ ਬੜੀ ਵੱਡੀ ਸ਼ਿਕਾਇਤ ਸੀ, ਫਿਰ ਮੈਂ ਇਹ ਵੀ ਨਹੀਂ ਸੀ ਚਾਹੁੰਦਾ, ਸਿੱਖ ਤਾਂ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ, ਕਿਸੇ ਨੂੰ ਸਿੱਧੇ ਤੌਰ ਤੇ ਆਪਾਂ ਗਾਲਾਂ ਕੱਢਣ ਨਾਲੋਂ ਜਾਂ ਧਰਮ ਪਰਿਵਰਤਨ ਨਾਲੋਂ ਅਸੀਂ ਆਪਣਾ ਘਰ ਤਕੜਾ ਕਰੀਏ। ਹੁਣ ਅਸੀਂ ਪੁਰਾਣੇ ਸਾਡੇ ਵੀ ਸਾਰੇ ਜਿੰਨੇ ਵੀ ਆਪਣੇ ਪ੍ਰਚਾਰਕ ਸਾਹਿਬਾਨ ਆ ਉਹ ਵੀ ਆਪਣੇ ਤੌਰ ਤੇ ਲੱਗੇ ਹੋ ਆ। ਹੁਣ ਅਸੀਂ ਇੱਕ ਟੀਮ ਮੁੰਡਿਆਂ ਦੀ, ਬੱਚੇ ਨਵੇਂ ਜਿਹੜੇ ਆ, ਉਹ ਬੱਚੇ ਨਵੇਂ ਤੁਸੀਂ ਦੇਖੋਗੇ ਬਾਰਡਰ ਏਰੀਆ ਦੇ ਵਿੱਚ ਜਾ ਕੇ ਕਿਤੇ ਮੌਕਾ ਮਿਲੇ, ਉਹ ਘਰ ਘਰ ਅੰਦਰ ਸਾਰੇ ਜਾ ਕੇ ਬੱਚਿਆਂ ਨੂੰ ਚਾਰੇ ਸਾਹਿਬਜ਼ਾਦਿਆਂ ਦੇ ਨਾਂ, 5 ਆਪਣੇ 5 ਪਿਆਰਿਆਂ ਦੇ ਅਰਦਾਸ, 5 ਪੌੜੀਆਂ ਜਪਜੀ ਸਾਹਿਬ ਕੰਠ ਕਰਾਉਂਦੇ ਆ। ਤੇ ਉਹ ਨਾ ਪਰਿਵਾਰਾਂ 'ਚ ਜਾਂਦੇ ਆ ਜਿਹਨਾਂ ਪਰਿਵਾਰਾਂ ਨੂੰ ਅਸੀਂ ਕਹਿੰਦੇ ਸੀ ਇਗਨੋਰ ਕੀਤਾ ਆ, ਕਿਉਂਕਿ ਊਚ ਨੀਚ ਜਾਤ ਪਾਤ ਦਾ ਵਿਤਕਰਾ ਸਿੱਖ ਧਰਮ 'ਚ ਹੈ ਨਹੀਂ, ਉਹਨਾਂ ਨੂੰ ਹੀ ਅਸੀਂ ਪ੍ਰਮੋਟ ਕਰ ਰਹੇ ਤੇ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਆ। ਤੇ ਮੈਨੂੰ ਆਸ ਆ ਪੂਰਨ ਵੀ ਆਉਂਦਾ ਸਮਾਂ ਜਿਹੜਾ ਵਰ੍ਹਾ ਆ ਇਹਨੂੰ ਅਸੀਂ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਲਈ ਜਿਹੜਾ ਆ ਉਹ ਆਪਾਂ ਕਰਾਂਗੇ ਸਾਰੇ ਦਾ ਸਾਰਾ। ਜੀ ਪ੍ਰਧਾਨ ਸਾਹਿਬ, ਇਹ ਸਵਾਲ ਮੈਂ ਬੀਬੀ ਜਗੀਰ ਕੌਰ ਹੁਣਾਂ ਨੂੰ ਵੀ ਪੁੱਛਿਆ ਸੀ ਕਿ ਜਿਵੇਂ 328 ਸਰੂਪਾਂ ਦਾ ਮਸਲਾ ਹੋਵੇ ਜਾਂ ਵੱਖ ਚੈਨਲ ਬਣਾਉਣ ਦਾ ਮਸਲਾ ਹੋਵੇ ਜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੇ ਅੰਦਰ ਨਾ ਇੱਕ ਬਹੁਤ ਵੱਡੀ ਚੀਜ਼ ਨੋਟਿਸ ਕੀਤੀ ਜਾ ਰਹੀ ਹੈ ਕਿ ਕਮੇਟੀ ਬਣਦੀ ਆ, ਕਮੇਟੀ ਕਦੀ ਵੀ ਕਲੋਜ਼ਰ ਰਿਪੋਰਟ ਤੱਕ ਨਹੀਂ ਪਹੁੰਚਦੀ। ਕਮੇਟੀ ਤੇ ਕਮੇਟੀ ਬਣੀ ਹੋਈ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਨਿਪਟਾਰੇ ਹੋਣੇ ਚਾਹੀਦੇ ਆ, ਕਲੋਜ਼ਰ ਰਿਪੋਰਟ ਹੋਣੀ ਚਾਹੀਦੀ ਹੈ, ਬਹੁਤ ਛੇਤੀ ਇਹਨਾਂ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ? ਬਹੁਤ ਸਾਰੀਆਂ ਕਮੇਟੀਆਂ ਇਦਾਂ ਹੀ ਲਮਕੀਆਂ ਨੇ। ਪਹਿਲੀ ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ, ਜਿਹੜੀ ਸਿੱਖ ਰਿਸਰਚ ਬੋਰਡ ਦੀ ਆ ਜੀ, ਉਹ ਅਸੀਂ ਹਾਈ ਕੋਰਟ 'ਚ ਜਵਾਬ ਦੇ ਕੇ ਨਸ਼ਰ ਕਰ ਦਿਆਂਗੇ, ਰਿਪੋਰਟ ਅਸੀਂ ਬਣਾ ਲਈ ਆ। ਸਾਡੇ ਕੋਲ ਕੀ ਆਇਆ, ਸਾਡੇ ਕੋਲ ਕੀ ਗਿਆ, ਮੈਂ ਮੁੱਖ ਸਕੱਤਰ ਸੀ ਉਦੋਂ, ਬਾਕੀ ਮੈਂਬਰ ਸਾਹਿਬਾਨਾਂ ਦੇ ਨਾਲ ਰਲ ਕੇ ਉਹ ਸਾਰੀਆਂ ਅਸੀਂ ਉਹਦਾ ਮੁਲਾਂਕਣ A to Z ਸਾਰਾ ਕੀਤਾ। ਉਹ ਸਾਡੇ ਕੋਲ ਰਿਪੋਰਟ ਤਿਆਰ ਆ। ਉਦੋਂ ਮੈਂ ਪ੍ਰਧਾਨ ਨਹੀਂ ਸੀ, ਮੁੱਖ ਸਕੱਤਰ ਵੇਲੇ ਉਹ ਤਿਆਰ ਕਰ ਲਏ ਸੀ, ਭਾਵੇਂ ਆਈ ਹੋਣੇ ਆ। ਉਹ ਕਲੋਜ਼ਰ ਰਿਪੋਰਟ ਨਹੀਂ ਕਹਿ ਲਈਏ, ਉਹ ਲੋਕਾਂ ਦੇ ਵਿੱਚ ਆਪਾਂ ਨਸ਼ਰ ਕਰਾਂਗੇ ਵੀ ਸਾਨੂੰ ਕੀ ਆਇਆ ਤੇ ਕੀ ਗਿਆ। ਤੇ ਉਹ ਹਾਈ ਕੋਰਟ ਦੇ ਵਿੱਚ ਜਵਾਬ ਦਾਵਾ ਦੇਣ ਤੋਂ ਬਾਅਦ ਨਸ਼ਰ ਕਰਾਂਗੇ। ਸੈਕੰਡ, ਜਿਹੜੀ ਤੁਸੀਂ ਚੈਨਲ ਵਾਲੀ ਗੱਲ ਸ਼ੁਰੂ ਕੀਤੀ ਆ, ਚੈਨਲ ਦੀ ਅਸੀਂ YouTube ਆਪਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਹੋ ਜਿਹੀਆਂ ਸਾਰੀਆਂ ਸੰਸਥਾਵਾਂ ਆ, ਇਹਦਾ ਐਜੂਕੇਸ਼ਨ ਦਾ ਕੀ ਹਾਲ ਆ, ਇਹਦਾ ਧਰਮ ਪ੍ਰਚਾਰ ਦਾ, ਇਹਦੀ ਹੈਲਥ ਦਾ, ਇਹਦੇ ਆਪਣੇ ਫਾਈਨਾਂਸ ਕੀ ਆ, ਕਿੰਨੇ ਗੁਰਦੁਆਰਾ ਸਾਹਿਬਾਨਾਂ 'ਚ ਲੰਗਰ ਦੀ ਕੀ ਮਰਿਆਦਾ, ਕਿਵੇਂ ਸਾਰਾ ਚੱਲਦਾ, ਇਹ ਅਸੀਂ YouTube ਮੋਸਟ ਲਾਈਕਲੀ ਜਨਵਰੀ ਦੇ ਵਿੱਚ ਸ਼ੁਰੂ ਕਰ ਦਿਆਂਗੇ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਜਿਹੜੀ ਦੂਜੀ ਸੀ, ਅਕਾਲ ਤਖਤ ਵੱਲੋਂ ਆਦੇਸ਼ ਆਇਆ ਸੀ, ਉਹਦੇ ਵਿੱਚ 2 ਤਰ੍ਹਾਂ ਦੀ ਸੀ। ਇੱਕ ਤਾਂ ਉਹਨਾਂ ਨੇ ਐਪ ਦੀ ਕੀਤੀ ਸੀ ਵੀ ਬਹੁਤ ਸਾਰੇ ਜਿਹੜੇ ਐਪ 21-22 ਐਪਸ ਹੈਗੀਆਂ, ਉਹਨਾਂ ਦੇ ਵਿੱਚ ਗੁਰਬਾਣੀ ਜਿਹੜੀ ਆ ਉਹਦੇ ਵਿੱਚ ਸਪੈਲਿੰਗ ਮਿਸਟੇਕ ਆ। ਉਹ ਸਾਡੀ ਰਿਪੋਰਟ ਕਮੇਟੀ ਨੇ ਬਣਾ ਕੇ ਸ਼੍ਰੀ ਅਕਾਲ ਤਖਤ ਨੂੰ ਸਬਮਿਟ ਕਰ ਦਿੱਤੀ ਆ, ਔਰ ਉਹਨਾਂ ਐਪਸ ਵਾਲਿਆਂ ਨੇ ਕਿਹਾ ਵੀ ਤੁਸੀਂ ਸਾਨੂੰ ਸੋਧ ਕੇ ਦੇ ਦਿਓ, ਅਸੀਂ ਜੋ ਤੁਸੀਂ ਕਹੋਗੇ ਅਸੀਂ ਫੀਡ ਕਰ ਦਿਆਂਗੇ। ਇਹ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਕਿਸੇ ਗ੍ਰੰਥ ਆਪਣੇ ਸਿੰਘ ਸਾਹਿਬਾਨ ਦੀ 2 ਦੀ ਜਾਂ 1 ਦੀ ਜਿੰਨੇ ਦੀਆਂ 3 ਦੀ ਡਿਊਟੀ ਲਾਉਣਗੇ, ਉਹ ਲਾ ਕੇ ਸਾਡੀ ਤਿਆਰ ਹੈ। ਉਹ ਰਿਪੋਰਟ ਜਾ ਚੁੱਕੀ ਆਲਰੇਡੀ। ਜਿਹੜੀ 328 ਸਰੂਪਾਂ ਦੀ ਗੱਲ ਆ, ਜਿਹੜੀ ਵੱਡੀ ਆਪਣੇ ਲਈ ਆ, ਮੈਂ ਸਿੱਧੇ ਤੌਰ ਦੇ ਉੱਤੇ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਵੀ ਅੱਗੇ ਵੀ ਮੈਂ ਇੱਕ ਦਿਨ ਇੱਕ ਚੈਨਲ ਦੇ ਉੱਤੇ ਗੱਲ ਕਹੀ ਸੀ ਵੀ ਜੇ ਮਨੁੱਖ ਨੂੰ ਪਤਾ ਆ ਵੀ ਆ ਦਿਨ ਆ ਚੜ੍ਹਿਆ ਆ, ਉਹ ਕਹਿੰਦਾ ਨਹੀਂ ਰਾਤ ਆ, ਅਸੀਂ ਕਹਿੰਦੇ ਨਹੀਂ ਦਿਨ ਆ ਸਾਰੀ ਦੁਨੀਆ, ਉਹ ਕਹਿੰਦਾ ਜੇ ਮੰਨਣਾ ਨਹੀਂ, ਮੈਂ ਜਦ ਮੈਂ ਮੰਨਣਾ ਨਹੀਂ ਵੀ ਰਾਤ ਇਹ ਦਿਨ ਹੈਗਾ, ਫਿਰ ਜੇ ਕੋਈ ਮੰਨੇ ਨਾ ਉਹਨੂੰ ਕੀ ਕਰੋਗੇ। 328 ਸਰੂਪਾਂ ਦਾ ਮੈਂ ਬਹੁਤ ਜ਼ੋਰ ਨਾਲ ਇਹ ਗੱਲ ਕਰ ਰਿਹਾ, ਅਮੈਜਲਮੈਂਟ ਦਾ ਮਸਲਾ ਆ। 328 ਸਰੂਪ ਨਾ ਕਦੇ ਬੇਅਦਬੀ ਹੋਈ, ਇੱਕ ਮੁੱਦਾ ਬਣਾ ਲਿਆ, ਹੁਣ ਫੇਰ ਸ਼ੁਰੂ ਕੀਤਾ ਇਹ ਮੁੱਦਾ ਇੱਕ ਕਿਸਮ ਦੇ ਨਾਲ। ਤੇ ਮੈਂ ਕਹਿੰਦਾ ਹੁਣ ਮੇਰੇ ਕੋਲ ਵੀ ਆ ਜਾਓ, ਆਪਾਂ ਵੀ ਕਰਨ ਨੂੰ ਗੱਲਬਾਤ ਕਰਨ ਨੂੰ ਤਿਆਰ ਹਾਂ, ਬਹਿਣ ਨੂੰ ਤਿਆਰ ਹਾਂ, ਕੋਈ ਦਿੱਕਤ ਨਹੀਂ ਐਵੇਂ ਦੀ। ਪਰ ਜੇ ਲੌਜੀਕਲੀ ਗੱਲ ਕਰਨੀ ਆ, ਉਹ ਹੁਣ ਤਕਰੀਬਨ ਸਾਡਾ ਹਾਈ ਕੋਰਟ 'ਚ ਅਸੀਂ ਸਾਰੇ ਸਸਪੈਂਡ ਕਰਤੇ, ਕੁਝ ਡਿਸਮਿਸ ਕਰ ਦਿੱਤੇ, ਉਹ ਸਾਰੇ ਹਾਈ ਕੋਰਟ ਦੇ ਵਿੱਚ ਚੱਲ ਗਏ। ਹਾਈ ਕੋਰਟ ਨੇ ਹੁਣ ਸਾਨੂੰ ਟਾਈਮ 2 ਸਾਲ ਦਾ, ਕਿਉਂਕਿ ਟਾਈਮ ਗੈਪ ਪੈ ਗਿਆ ਸੀ, ਉਹ ਕੁਛ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਇਮੀਡੀਏਟਲੀ ਜਿਹੜਾ ਹੱਲ ਕਰੋ। ਉਹ ਸਬ ਕਮੇਟੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਆ, ਉਹ ਅਸੀਂ ਕਿਉਂਕਿ 2 ਤਰ੍ਹਾਂ ਨਾਲ ਆਪਾਂ ਇਹਨੂੰ ਲੈਣੀ। ਜਿਹੜੀ ਸਬ ਕਮੇਟੀ ਆ ਉਹ 328 ਸਰੂਪਾਂ ਦੀ ਘੋਖ ਨਹੀਂ ਕਰ ਰਹੀ, ਉਹ ਸਿਰਫ ਜਿਹੜੀ ਕਮੇਟੀ ਆ ਉਹ ਜਿਹੜੇ ਅਸੀਂ ਸਸਪੈਂਡ ਕੀਤੇ ਜਾਂ ਡਿਸਮਿਸ ਕੀਤੇ ਉਹਨਾਂ ਦੀ ਬਾਬਤ ਆ।
ਇਸ ਕਰਕੇ ਕਈ ਵਾਰੀ ਸਾਡੇ ਮੈਂਬਰ ਸਾਹਿਬਾਨਾਂ ਨੂੰ ਵੀ ਭੁਲੇਖਾ ਪੈ ਜਾਂਦਾ, ਕਿਉਂਕਿ ਅਕਾਲ ਤਖਤ ਦੀ ਜੋ ਰਿਪੋਰਟ ਆਪਣੇ ਡਾਕਟਰ ਈਸਰ ਸਿੰਘ ਵਾਲੀ ਸੀ, ਉਹ ਰਿਪੋਰਟ ਤੋਂ ਗਾਂਹ ਨਹੀਂ ਅਸੀਂ, ਕਿਉਂਕਿ ਉਹ ਅਕਾਲ ਤਖਤ ਨੇ ਸਾਨੂੰ ਐਜ ਇਟ ਇਜ਼ ਭੇਜ ਦਿੱਤੀ, ਐਗਜੈਕਟਿਵ ਨੇ ਉਹਦੇ ਤਹਿਤ ਕਾਰਵਾਈ ਕਰ ਦਿੱਤੀ ਸੀ। ਉਦੋਂ ਮੈਂ ਜਨਰਲ ਸਕੱਤਰ ਸੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਉਹ ਹੁਣ ਅਸੀਂ ਲੱਗੇ ਹਾਂ ਬਹੁਤ ਸਾਰੇ, ਕਿਉਂਕਿ ਕਈ ਵਾਰੀ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ, ਜਿੱਦਾਂ ਰਿਸਰਚ ਬੋਰਡ ਵਾਲੀ ਸੀਗੀ ਜਾਂ ਐਵੇਂ ਆਹ ਐਪ ਵਾਲੀ ਆ ਜਾਂ ਆਪਣਾ ਚੈਨਲ ਵਾਲੀ ਗੱਲ ਆ। ਬਾਕੀ ਜਿਹੜਾ ਚੈਨਲ ਦਾ ਹੈਗਾ ਸਿੱਧੇ ਤੌਰ ਦੇ ਉੱਤੇ ਉਹ ਤਕਰੀਬਨ ਸਾਡਾ 5 ਮੈਂਬਰੀ ਕਮੇਟੀ ਬਣਾਈ ਸੀ, ਉਹ 6-7 ਮੀਟਿੰਗਾਂ ਕਰ ਚੁੱਕੇ ਆ। ਚੈਨਲਾਈਜ਼ ਤੌਰ ਦੇ ਉੱਤੇ ਆਪਣਾ ਉਹ ਤਕਰੀਬਨ ਰਿਪੋਰਟ ਸਬਮਿਟ ਕਰ ਦੇਣਗੇ, ਫਿਰ ਉਹ ਤੇ ਅਕੋਰਡਿੰਗਲੀ ਉਹਦਾ ਵੀ ਜ਼ਰੂਰ ਫੈਸਲਾ ਲਵਾਂਗੇ। ਮੇਰਾ ਇਹ ਆਪਣਾ ਵੀ ਹੁੰਦਾ, ਮੈਂ ਤੁਸੀਂ ਕਈ ਵਾਰੀ ਹੈਰਾਨ ਹੋ ਜਾਓਗੇ, ਮੈਂ ਕਈ ਵਾਰੀ ਪੜਤਾਲਾਂ ਜਿਹੜੀਆਂ, ਕਿਉਂਕਿ ਆਪ ਵਿੱਚ ਬਹਿੰਦਾ ਰਿਹਾ ਬਤੌਰ ਜਨਰਲ ਸਕੱਤਰ ਵੀ ਬਤੌਰ ਮੁੱਖ ਸਕੱਤਰ ਵੀ, ਤੇ ਮੇਰਾ ਜ਼ਿਆਦਾ ਹੁੰਦਾ ਵੀ ਇੱਥੇ ਕੋਈ ਦੁਰਾਚਾਰੀ ਨਾ ਬਚੇ, ਇੱਥੇ ਕੋਈ ਗੋਲਕ ਚੋਰ ਨਾ ਬਚੇ, ਇੱਥੇ ਕੋਈ ਹੋਰ ਗਲਤ ਢੰਗ ਵਰਤਾਉਣ ਵਾਲੇ ਆਪਣੇ ਸਿਸਟਮ ਆ ਉਹਨਾਂ ਨਾਲ ਅਸੀਂ ਸਮਝੌਤੇ ਘੱਟ ਕਰਦੇ ਹਾਂ, ਕਰਦੇ ਹੀ ਨਹੀਂ ਗੇ। ਸੋ ਇਸ ਕਰਕੇ ਮੈਂ ਤਾਂ ਆਪ ਵੀ ਪੜਤਾਲ ਕਰ ਦਿੰਦਾ। ਜਿਹੜੀਆਂ ਹੁਣ ਕਮੇਟੀਆਂ ਬਣਾਈਆਂ ਉਹ ਇਸੇ ਕਰਕੇ ਬਣਾਈਆਂ ਕਿ ਅਧਿਕਾਰੀਆਂ ਦੇ ਨਾਲ ਮੈਂ ਹੁਣ ਰਿਪੋਰਟ ਇਹਨਾਂ ਕੋਲੋਂ ਵੀ ਲਿਆ ਕਰੂੰਗਾ। ਐਗਜੈਕਟਿਵ ਵੀ ਇਹਲੇ ਜ਼ਿੰਮੇਵਾਰ ਹੈ, ਐਗਜੈਕਟਿਵ ਦੇ ਮੈਂਬਰ ਵੀ ਉਹਦੇ ਮੈਂਬਰ ਹੋਣਗੇ, ਪਰ ਉਹਨਾਂ ਨੂੰ ਆਪਾਂ ਤੇਜ਼ੀ ਨਾਲ ਚੁਸਤ ਦਰੁਸਤੀ ਕਰੀਏ, ਉਹ ਸਾਰਾ ਕਰਾਂਗੇ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, 328 ਸਰੂਪ ਕਿਧਰੇ ਨਹੀਂ ਗਏ ਇਨ ਡਿਊ ਕੋਰਸ ਆਫ ਲਾ, ਗੁਰੂ ਘਰਾਂ ਦੇ ਵਿੱਚ ਆ। ਪਰ ਉਹ ਜਿਹੜਾ ਮੇਨ ਕਲਪ੍ਰਿਟ ਸੀਗੇ, ਉਹਨਾਂ ਮੇਨ ਕਲਪ੍ਰਿਟਸ ਨੇ ਪੈਸਿਆਂ ਦੀ ਢਗਲੇਬਾਜ਼ੀ ਕਰ ਕਰਕੇ, ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਲੈਪਸ ਰਿਹਾ ਕਿ ਇਹ ਜੇ ਆਡਿਟ ਕੋਹਲੀ ਸਾਹਿਬ ਜਿਹੜੇ ਸੀ ਆਡਿਟ ਕਰ ਲੈਂਦੇ ਤੇ ਤਦੇ ਹੀ ਇਹ ਸਾਰਾ ਜਿਹੜੀ ਗੱਲ ਕਲੀਅਰ ਹੋ ਜਾਣੀ ਸੀ। ਉਹਦੇ ਕਰਕੇ ਇਹ ਥੋੜ੍ਹਾ ਜਿਹਾ ਮਿਸਿੰਗ ਐਵੀਡੈਂਸ ਹੈਗੀ ਆ। ਤੋ ਇਸ ਕਰਕੇ ਕੋਈ ਨਹੀਂ, ਇਹਲੇ ਅਸੀਂ ਪੂਰੇ ਤੌਰ ਦੇ ਉੱਤੇ ਜੋ ਵੀ ਸੱਚ ਆ ਉਹ ਪਹਿਲਾਂ ਆ ਚੁੱਕਾ, ਤੇ ਇਹਨੂੰ ਅਧਿਕਾਰੀਆਂ ਦੀ ਜਿਹੜੀ ਅਣਗਹਿਲੀ ਆ ਉਹਦੇ ਲਈ ਆਲਰੇਡੀ ਅਸੀਂ ਐਕਸ਼ਨ ਕਰ ਚੁੱਕੇ ਹਾਂ ਸਾਰਾ। ਯਾਨੀ ਕਿ ਤੁਸੀਂ ਇਹ ਸਪਸ਼ਟ ਕਰ ਰਹੇ ਹੋ ਕਿ ਇਹ ਕਿਸੇ ਵੀ ਤਰ੍ਹਾਂ ਦਾ ਬੇਅਦਬੀ ਜਾਂ ਕ੍ਰਿਮੀਨਲ ਕਾਰਵਾਈ ਨਹੀਂ ਹੈ, ਡਿਪਾਰਟਮੈਂਟਲ ਐਰਰ ਹੈ। ਇਹ ਕ੍ਰਿਮੀਨਲ ਐਮਬੈਜਲਮੈਂਟ ਆ। ਐਮਬੈਜਲਮੈਂਟ ਇਨ ਦਾ ਸੈਂਸ ਆ ਵੀ ਬੰਦੇ ਨੇ ਪੈਸੇ ਨਹੀਂ ਜਮ੍ਹਾਂ ਕਰਾਏ, ਪੈਸੇ ਉਹ ਆਪ ਆਪਣੀ ਜੇਬਾਂ 'ਚ ਪਾ ਕੇ ਵਰਤ ਗਏ, ਖਾ ਗਏ, ਕਰ ਗਏ। ਇਸ ਕਰਕੇ ਇਹਨੂੰ ਆਪਾਂ ਜੇ ਉਧਰ ਨੂੰ ਜੋੜਾਂਗੇ ਵੀ ਆਪਾਂ ਇਹ ਬੇਅਦਬੀ ਆ, ਇਹ ਕੋਈ ਬੇਅਦਬੀ ਨਹੀਂ। ਪਰ ਹੁਣ ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਸੂਟ ਕਰਦਾ ਦੂਜਿਆਂ ਨੂੰ, ਅਗਲਾ ਜੇ ਮੈਂ ਤੁਹਾਨੂੰ ਕਿਹਾ ਵੀ ਕਹੇ ਦੁੱਧ ਚਿੱਟਾ ਆ, ਉਹ ਕਹਿੰਦਾ ਨਹੀਂ ਕਾਲਾ ਹੀ ਆ। ਸੋ ਇਸ ਕਰਕੇ ਇਹ ਇੱਕ ਲੋਕਾਂ ਦੇ ਵਿੱਚ ਕਹਿ ਲਓ ਵੀ ਅਸੀਂ ਸਹੀ ਟਾਈਮ ਦੇ ਉੱਤੇ ਜਦੋਂ ਕਾਰਵਾਈ ਕਰ ਲੈਂਦੇ, ਆਡਿਟ ਵਗੈਰਾ ਹੋ ਜਾਂਦਾ, ਸਾਰੀ ਗੱਲ ਸਾਹਮਣੇ ਆ ਜਾਣੀ ਸੀ। ਪਰ ਹੁਣ ਵੀ ਸਾਹਮਣੇ ਆ। ਬਿਲਕੁਲ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ, ਇਹਨੂੰ ਮੁੱਦਾ ਨਾ ਬਣਾਈਏ, ਕਿਉਂਕਿ ਇਹ ਕੋਈ ਬੇਅਦਬੀ ਦਾ ਮੁੱਦਾ ਨਹੀਂ, ਇਹ ਕੇਵਲ ਤਾਂ ਕੇਵਲ ਐਮਬੈਜਲਮੈਂਟ ਦਾ ਮੁੱਦਾ ਆ। ਜੀ ਪ੍ਰਧਾਨ ਸਾਹਿਬ, ਇਮਾਰਤਾਂ ਬਾਰੇ ਅਕਸਰ ਚਰਚਾ ਛਿੜਦੀ ਹੈ ਕਿ ਇਮਾਰਤਾਂ ਨਵੀਂ ਜ਼ਰੂਰਤ ਦੇ ਹਿਸਾਬ ਦੇ ਨਾਲ ਸਾਨੂੰ ਬਣਾਉਣੀਆਂ ਪੈਂਦੀਆਂ। ਉਸ ਦੇ ਵਿੱਚ ਕਾਰ ਸੇਵਾ ਵਾਲੇ ਜਦੋਂ ਇਮਾਰਤ ਢਾਹ ਕੇ ਨਵੀਂ ਬਣਾਉਂਦੇ ਨੇ ਤੇ ਉਹਦੇ ਵਿੱਚ ਇਹ ਵੀ ਹੁੰਦਾ ਕਿ ਤੁਹਾਡੀ ਵੀ ਸਹਿਮਤੀ ਹੈ ਸ਼੍ਰੋਮਣੀ ਕਮੇਟੀ ਦੀ, ਪਰ ਸੰਗਤ ਜਦੋਂ ਰੌਲਾ ਪਾਉਂਦੀ ਹੈ ਕਿ ਇਹਦੀ ਇਤਿਹਾਸਕ ਮਹੱਤਤਾ ਹੈ, ਇਹਦੀ ਛੇੜਛਾੜ ਨਾ ਕੀਤੀ ਜਾਵੇ, ਉਸ ਤੋਂ ਬਾਅਦ ਫਿਰ ਰੋਕ ਵੀ ਦਿੱਤਾ ਜਾਂਦਾ। ਇੱਕ ਤਾਂ ਇਹ ਮਸਲਾ ਆ। ਦੂਸਰਾ ਇਮਾਰਤਾਂ ਦਾ ਮਸਲਾ ਹੈ ਕਿ ਬਹੁਤ ਸਾਰੀਆਂ ਇਮਾਰਤਾਂ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਆ ਰਹੇ ਨੇ ਕਿ ਉਹ ਪ੍ਰਾਪਰਟੀ ਵੇਚਣ ਨੂੰ ਲੈ ਕੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਦੇ ਐਸੈਟ ਨੇ, ਐਸੈਟ ਨੂੰ ਬਰਕਰਾਰ ਰੱਖਣਾ, ਪ੍ਰੀਜ਼ਰਵ ਰੱਖਣਾ ਇਹ ਜ਼ਰੂਰੀ ਨਹੀਂ ਹੈ? ਇਸ ਬਾਰੇ ਤੁਹਾਡਾ ਕੀ ਨਜ਼ਰੀਆ? ਦੇਖੋ, ਕੋਈ ਜਾਇਦਾਦ ਸ਼੍ਰੋਮਣੀ ਕਮੇਟੀ ਨਹੀਂ ਵੇਚ ਰਹੇ। ਠੀਕ ਹੈ, ਪਿੱਛੇ ਅੰਬ ਸਾਹਿਬ ਮੋਹਾਲੀ ਦੀ ਇੱਕ ਆਈ ਸੀ ਇਹ ਜੀ, ਤੁਹਾਡੇ ਮੈਂ ਹੋਰ ਵੀ ਧਿਆਨ 'ਚ ਲਿਆ ਦਿਆਂ। ਸਾਡੇ ਕੋਲ ਜਿੰਨੀਆਂ ਵੀ ਜਾਇਦਾਦਾਂ ਜਿਹੜੀਆਂ ਕੋਈ ਐਕਵਾਇਰ ਹੋ ਜਾਂਦੀਆਂ, ਈਵਨ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਆ, ਬਟਲਾਡਾ ਕਾਲਜ ਦੀ ਆ, ਇਹ ਅਸੀਂ ਜਾਇਦਾਦਾਂ ਵੱਟੇ ਜਾਇਦਾਦਾਂ ਲੈਨੇ, ਇਹਦੇ ਵਿੱਚੋਂ ਇੱਕ ਲਾਲ ਪੈਸਾ ਵੀ ਕਿਸੇ ਹੋਰ ਕੰਮ 'ਚ ਖਰਚਿਆ ਨਹੀਂ ਜਾਂਦਾ। ਇਹ ਅੰਬ ਸਾਹਿਬ ਦਾ ਜਿਹੜਾ ਮਸਲਾ ਸੀ, ਇਹ ਵੀ ਲੈਂਡ ਜਿਹੜੀ ਉਹ ਐਕਵਾਇਰ ਹੋ ਚੁੱਕੀ ਆ। ਐਕੁਜੀਸ਼ਨ ਦਾ ਲਾਅ ਕੀ ਆ ਵੀ ਉਹਦੇ ਵਿੱਚ ਦੋ ਗੱਲਾਂ ਆ। ਇੱਕ ਗੱਲ ਤਾਂ ਆ ਵੀ ਜਾਂ ਤੁਸੀਂ ਉਹਨਾਂ ਨਾਲ ਕਾਮਨ ਪੂਲ ਕਰ ਲਓ, ਜਾਂ ਉਹਦੇ ਨਾਲ ਤੁਸੀਂ ਆਪਣਾ ਮੁਆਵਜ਼ਾ ਲੈ ਲਓ। ਉਹ ਕਿਉਂਕਿ ਸਾਡੇ ਕੋਲ ਚੱਲਦੀ ਸੀ ਵੀ ਜੇ ਅਸੀਂ ਇੱਕ ਕਮੇਟੀ ਬਣਾਈ, ਮੈਂ ਆਪ ਵੀ ਮੁੱਖ ਸਕੱਤਰ ਦੇ ਤੌਰ 'ਤੇ ਉਹਨੂੰ ਦੇਖਿਆ ਵੀ ਇਹਨੂੰ ਕਿੱਥੋਂ ਸਾਨੂੰ ਜਿਹੜਾ ਆ ਜ਼ਿਆਦਾ ਬੈਨੀਫਿਟ ਹੋ ਸਕਦਾ। ਉਹ ਕਿਉਂਕਿ ਇੱਕ ਖੇਤ ਪਿੱਛੇ 2000 ਗਜ ਦਾ ਸਾਨੂੰ ਦਿੰਦੇ ਆ SCO, ਤੇ 200 ਗਜ ਦਾ ਸਾਨੂੰ ਰੈਜ਼ੀਡੈਂਸ਼ੀਅਲ ਪਲਾਟ ਦਿੰਦੇ ਆ। ਕਿਉਂਕਿ 9-10 ਏਕੜ ਸੀਗੇ ਉੱਥੇ ਲਗਭਗ। ਇਹ ਤੋਂ ਬਾਅਦ ਸਾਡੇ ਪਰਮਜੀਤ ਕੌਰ ਲਾਂਡਰਾ ਤੇ ਸਰਦਾਰ ਅਜਮੇਰ ਸਿੰਘ ਤੇ ਖੇੜਾ ਤੇ ਆਪਣੇ ਪਜੌਲੀ ਸਾਹਿਬ ਉਹਦੇ ਮੈਂਬਰ ਸੀ ਕਮੇਟੀ ਦੇ, ਕਿਉਂਕਿ ਮੈਂ ਇੱਧਰ ਫਿਰ ਪ੍ਰਧਾਨ ਬਣ ਗਿਆ ਜਦ ਨੂੰ। ਉਹਨਾਂ ਨੇ ਵੀ ਇਹ ਬੈਠ ਕੇ ਸਾਰਾ ਪਿੱਛੇ ਜਿਹੜਾ ਮੁਲਾਂਕਣ ਕੀਤਾ
ਉਸ ਤੋਂ ਬਾਅਦ ਫਿਰ ਇਹ ਹੋਈ ਸੀ ਭਈ ਆਪਾਂ ਉਹਨਾਂ ਤੋਂ ਕਮ ਸੇ ਕਮ ਇੱਕ ਥਾਂ ਦੇ ਉੱਤੇ ਸਾਰੀ ਜ਼ਮੀਨ ਲੈ ਲਈਏ ਤਾਂ ਕਿ ਸਾਡਾ ਉਹਦੇ ਨਾਲ ਫਿਰ ਅਸੀਂ ਉਹਦਾ ਮੁਲਾਂਕਣ ਵੀ ਕੀਤਾ ਵੀ ਜੇ ਸਾਨੂੰ ਮੁਆਵਜ਼ਾ ਮਿਲਦਾ ਜਾਂ ਉਹ ਕਿਉਂ ਮਿਲਦਾ। ਫਿਰ ਇਹ ਗੱਲ ਲੋਕਾਂ 'ਚ ਉੱਠੀ ਪਈ ਨਹੀਂ ਜੀ ਇਹ ਵੇਚਣ ਲੱਗੇ। ਫਿਰ ਅਸੀਂ ਉਹਨੂੰ ਕਿਉਂਕਿ ਜਿਹੜੇ ਹੁੰਦੇ ਪ੍ਰਾਪਰਟੀ ਡੀਲਰ ਉਹ ਆਪਣੇ ਸਿਸਟਮ ਨਾਲ ਚੱਲਦੇ ਆ। ਮੇਰੇ ਇਮੀਡੀਏਟ ਧਿਆਨ ਵਿੱਚ ਆਈ, ਮੈਂ ਉਦੋਂ ਹੀ ਉਹ ਰੋਕ ਦਿੱਤਾ ਸੀ। ਕੋਈ ਮਸਲਾ ਨਹੀਂ, ਕੋਈ ਜਾਇਦਾਦ ਤੁਸੀਂ ਦੇਖੋ ਜਿਹੜੇ ਤਰਨਤਾਰਨ ਆ, ਤਰਨਤਾਰਨ ਦੇ ਤੁਸੀਂ ਵਿੱਚ ਜਾਓਗੇ ਕਿਤੇ 3 ਮਰਲੇ ਦਾ ਪਲਾਟ ਆ, ਕਿਤੇ 4 ਦਾ, ਦੱਬੇ ਜਾਂਦੇ ਆ। ਦੱਬੇ ਇਸ ਕਰਕੇ ਜਾਂਦੇ ਮੈਨੇਜਰ ਕਈ ਵਾਰੀ ਲੈਪਸ ਕਰ ਜਾਂਦੇ ਆ, ਕਈ ਵਾਰੀ ਹੋਰ ਤੜੁੱਤੀਆਂ ਰਹਿ ਜਾਂਦੀਆਂ, ਉਹ ਫਿਰ ਬਾਅਦ ਦੇ ਵਿੱਚ ਸਾਡੇ ਝਗੜੇ ਝਵੇਲੇ ਹੁੰਦੇ ਆ। ਇਸ ਕਰਕੇ ਅਸੀਂ ਤਾਂ ਪ੍ਰੋਟੈਕਟ ਕਰਨੀ ਨੂੰ ਆ, ਜਾਇਦਾਦ ਵੇਚੀ ਨਹੀਂ। ਜੇ ਵੇਚੀ ਵੀ ਗਈ ਕਿਤੇ ਜਾਇਦਾਦ, ਮੇਰਾ ਖਿਆਲ ਮੇਰੀ ਤਾਂ ਹਾਲੇ ਹੈ ਨਹੀਂ ਕੋਈ ਜਾਣਕਾਰੀ ਜਿਵੇਂ ਵੇਚੀ ਹੋਵੇ, ਪਹਿਲਾਂ ਵੇਚ ਗਈਆਂ ਹੁਣ ਮੇਰੇ ਟਨਿਓਰ ਤੋਂ ਪਹਿਲਾਂ। ਤੇ ਅਸੀਂ ਤਾਂ ਪੁਰਜ਼ੋਰ ਰੱਖਿਆ ਆ ਵੀ ਉਹਦਾ ਪੈਸਾ ਜਾਇਦਾਦ ਲੈ ਕੇ ਜਾਇਦਾਦ ਹੀ ਲਈ ਜਾਵੇ। ਸੋ ਇਸ ਕਰਕੇ ਦੂਜਾ ਜਿਹੜਾ ਤੁਹਾਡਾ ਸਵਾਲ ਆ ਵੀ ਇਹ ਜਿਹੜੇ ਬਾਬੇ ਆ ਕਾਰ ਸੇਵਾ ਵਾਲੇ, ਹੁਣ ਖਾਸ ਕਰਕੇ ਤਰਨਤਾਰਨ ਦੀ ਡਿਊਟੀ ਦਾ ਜਦੋਂ ਝਗੜਾ ਪਿਆ, ਹੁਣ ਤੁਸੀਂ ਦੇਖਿਆ ਹੋਣਾ ਅਸੀਂ ਤਰਨਤਾਰਨ ਦੀ ਡਿਊਟੀ ਮੁੜ ਕੇ ਤਿਆਰ ਕਰਵਾ ਰਹੇ ਹਾਂ। ਉਹਦੀ ਰੈਨੋਵੇਸ਼ਨ ਉਸੇ ਢੰਗ ਤੇ ਜੋ ਪੁਰਾਤਨ ਦਿੱਖ ਸੀ ਉਹਦੇ ਤੇ ਅਸੀਂ ਆਪ ਕਰਵਾ ਰਹੇ ਹਾਂ। ਉਹ ਅਸੀਂ ਆਪ ਬੈਠ ਕੇ ਸਾਰਾ ਉਹਨਾਂ ਦੀ ਡਿਊਟੀ ਲਾਈ ਆ। ਹਾਂ, ਇਹ ਵੱਡੀ ਗੱਲ ਆ ਵੀ ਜਿਹੜੇ ਪਹਿਲੀਆਂ ਇਮਾਰਤਾਂ ਸੀ ਉਹਨਾਂ ਦਾ ਬੜਾ ਨੁਕਸਾਨ ਹੋ ਚੁੱਕਾ। ਇਹ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ ਆ ਇਹ ਵੀ ਕਈ ਵਾਰੀ ਤੇਜ਼ੀ ਕਰ ਜਾਂਦੇ, ਪਰ ਸਾਰੇ ਨਹੀਂ। ਹੁਣ ਤਾਂ ਅਸੀਂ ਖਾਸ ਹਦਾਇਤ ਕੀਤੀ ਵੀ ਕੋਈ ਵੀ ਜਿਹੜੀ ਪੁਰਾਣੀ ਦਿੱਖ ਵਾਲੀ ਪਈ ਸਾਡੇ ਕੋਲ ਚੀਜ਼, ਉਹਨੂੰ ਆਪਾਂ ਇਨ ਬਿਨ ਜਿਹੜਾ ਆ, ਜਿੱਦਾਂ ਹੁਣ ਆਪਣੇ ਜਾ ਕੇ ਤੁਸੀਂ ਦੇਖੋਗੇ ਸਾਡੇ ਮਾਛੀਵਾੜੇ ਆ, ਉੱਥੇ ਜਿਹੜਾ ਉਹ ਜੰਡ ਆ, ਦਰਖਤ ਆ, ਉਹਦੀ ਐਗਰੀਕਲਚਰ ਨੂੰ ਕਿਉਂਕਿ ਸੁੱਕਣ ਲੱਗ ਪਿਆ ਸੀ, ਐਗਰੀਕਲਚਰ ਵਾਲਿਆਂ ਨੂੰ ਕਿਹਾ ਵੀ ਤੁਸੀਂ ਇਹਦੀ ਐਜ ਇਟ ਇਜ਼ ਦਿੱਖ ਜਿਹੜੀ ਬਰਕਰਾਰ ਕਰੋ। ਸਾਡੀਆਂ ਬੇਰੀਆਂ ਜਿਹੜੀਆਂ, ਕਿਉਂਕਿ ਸਿੱਖੀ ਇਤਿਹਾਸ ਮੁਤਾਬਕ, ਪਰ ਲੋਕਾਂ ਦੀ ਇੱਕ ਆਸਥਾ ਆ ਵੀ ਇਹ ਬੇਰੀ ਜਿਹੜੀ ਬਾਬਾ ਬੁੱਢਾ ਜੀ ਦੀ ਆ, ਇਹ ਦੁੱਖ ਭੰਜਣੀ ਬੇਰੀ ਆ। ਉਹ ਅਸੀਂ ਉਹਨਾਂ ਨੂੰ ਹੁਣ ਸਾਰਿਆਂ ਨੂੰ ਪ੍ਰੋਟੈਕਟ ਐਗਰੀਕਲਚਰ ਯੂਨੀਵਰਸਿਟੀ ਦੇ ਦੁਆਰਾ ਕਰਾ ਰਹੇ ਹਾਂ ਵੀ ਇਹ ਤਾਂ ਕਿ ਇਹਨਾਂ ਲੋਕਾਂ ਦੀ ਵੀ ਆਹ ਇਸ ਥਾਂ ਦੀ ਚਾਹੀਦੀ ਵੀ ਹੁੰਦੀ ਆ, ਮਹੱਤਵ ਵੀ ਆ ਇਹਦਾ, ਇੱਕ ਬੰਦਾ ਆਪਣੇ ਮਹਿਸੂਸ ਵੀ ਕਰਦਾ ਇਹਨਾਂ ਗੱਲਾਂ ਨੂੰ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਇਹਨਾਂ ਕਿਸੇ ਚੀਜ਼ਾਂ ਦੀ ਤਾਂ ਭੰਨ ਤੋੜ ਜਾਂ ਉਹਨੂੰ ਕੋਈ ਹੋਰ ਕਿਸੇ ਨੂੰ ਚਲਾਉਣ ਦੀ ਕੋਈ ਇਜਾਜ਼ਤ ਨਹੀਂ ਜੀ। ਪ੍ਰਧਾਨ ਸਾਹਿਬ, ਇੱਕ ਬੜਾ ਅਹਿਮ ਮਸਲਾ ਹੁੰਦਾ ਹੈ ਨਾਨਕਸ਼ਾਹੀ ਕੈਲੰਡਰ ਦਾ। ਮਸਲਾ ਇਹ ਨਹੀਂ ਹੈ, ਮਸਲਾ ਇਹ ਹੈ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਮਕਬੂਲੀਅਤ ਸੰਗਤਾਂ ਨੂੰ ਜਚਾ ਨਹੀਂ ਸਕੇ। ਜਿਵੇਂ ਉਦਾਹਰਨ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਪੁਰਬ 21 ਸਾਲ ਦੇ ਵਿੱਚ 2 ਵਾਰ ਆਉਂਦਾ ਹੈ। ਹਾਲਾਂਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅਟਪਟਾ ਨਹੀਂ ਹੈ, ਪਰ ਜਿਹੜੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਸੋਚਦੇ ਨੇ ਉਹਨਾਂ ਨੂੰ ਇਹ ਬੜਾ ਅਜੀਬ ਲੱਗਦਾ ਆ। ਉਸ ਦੇ ਵਿੱਚ ਹੀ ਜਿਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਿ ਜਿਵੇਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ, ਉਹ ਅਸੀਂ ਹੋਰ ਤਾਰੀਖ 'ਚ ਮਨਾਉਂਦੇ ਹਾਂ, ਲਹਿੰਦੇ ਪੰਜਾਬ ਦੇ ਵਿੱਚ ਹੋਰ ਤਾਰੀਖ 'ਚ ਮਨਾਉਂਦੇ ਹਾਂ। ਮਤਲਬ ਉਹਦੇ ਵਿੱਚ ਵੀ ਅਸੀਂ ਇੱਕ ਮਤ ਨਹੀਂ ਹੋ ਸਕੇ। ਸੋ ਇਹ ਸਾਰੇ ਮਸਲਿਆਂ ਦੇ ਉੱਤੇ ਤੁਹਾਡਾ ਕੀ ਨਜ਼ਰੀਆ ਹੈ ਕਿ ਇਸ ਬਾਰੇ ਕੀ ਕਰਨਾ ਚਾਹੀਦਾ? ਦੇਖੋ, ਜਿਹੜੇ ਕੈਲੰਡਰ ਕੌਮਾਂ ਦੇ ਨਵੇਂ ਬਣਦੇ ਆ ਉਹਨਾਂ ਦੇ ਵਿੱਚ ਮਤਭੇਦ ਹਮੇਸ਼ਾ ਰਹਿੰਦੇ। ਹਾਲੇ ਵੀ ਸ਼ਾਇਦ ਗੋਰਿਆਂ ਦੇ ਕੈਲੰਡਰਾਂ ਦੇ ਵਿੱਚ ਵੀ ਕੋਈ ਮਤਭੇਦ ਹੁੰਦੇ ਹੋਣ ਜਾਂ ਮੁਸਲਮਾਨਾਂ ਦੇ ਕੈਲੰਡਰ ਵਿੱਚ ਵੀ ਕੋਈ ਮਤਭੇਦ ਹੁੰਦੇ ਰਹਿਣ। ਇਹ ਪਿੱਛੇ ਵੀ ਸਵਾਲ ਉੱਠਿਆ ਸੀ, ਮੈਂ ਕਿਉਂਕਿ ਪਾਕਿਸਤਾਨ ਗਿਆ ਸੀ, ਉਹਨੇ ਕੁਛ ਇਹ ਸਵਾਲ ਉਠਾਏ ਸੀ ਇੱਦਾਂ ਦੇ। ਇਹ ਦੋਵਾਂ ਧਿਰਾਂ ਦੀ ਬਹਿਣ ਦੀ ਗੱਲ ਆ ਵੀ ਬੈਠ ਕੇ ਅਕੀਦਾ ਤੌਰ ਦੇ ਉੱਤੇ ਸਰਬਸੰਮਤੀ ਬਣਾ ਲੈਣ। ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਗੂ ਜਾਰੀ ਹੋਇਆ ਸੀ, ਹੁਣ ਵੀ ਉਹਨਾਂ ਵੱਲੋਂ ਜਾਰੀ ਹੁੰਦਾ, ਤੇ ਉਹਦੀ ਬੈਠ ਕੇ ਹੋਣੀ ਆ। ਜਿਹੜੇ ਬੈਠਾਂਗੇ, ਜਿਹੜੇ ਆਪਾਂ ਬੈਠਦੇ ਹੀ ਨਹੀਂ ਕੋਈ ਮਸਲਾ, ਫਿਰ ਉਹ ਜਿਹੜਾ ਆ ਉਹ ਲੋਕਾਂ ਦੇ ਵਿੱਚ ਉਹਦਾ ਸੁਨੇਹਾ ਫਿਰ ਇਵੇਂ ਦਾ ਜਾਂਦਾ ਆ। ਪਰ ਅੱਜ ਵੀ ਜਿਸਲੇ ਕੈਲੰਡਰ ਇਹ ਤਿਆਰ ਹੁੰਦਾ ਆ, ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸਨਮੁਖ ਹੋ ਕੇ ਹੁੰਦਾ। ਤੇ ਇਸ ਕਰਕੇ ਕੈਲੰਡਰਾਂ ਦੇ ਵਿੱਚ ਬਹੁਤ ਸਾਰੀਆਂ ਕਈ ਵਾਰੀ ਰਹਿ ਜਾਂਦੀਆਂ ਉਹ ਜਿਹੜੀਆਂ ਹੌਲੀ ਦੂਰ ਹੁੰਦੀਆਂ, ਪਰ ਉਹਦਾ ਹੱਲ ਜਿਹੜਾ ਆ ਉਹ ਸਿਰਫ ਇਕੱਠੇ ਬਹਿਣ ਦਾ ਆ। ਜੇ ਇਕੱਠੇ ਬੈਠਣਗੇ ਉਹ ਦੋਏ ਧਿਰਾਂ ਬੈਠ ਕੇ ਆਪਣਾ ਜਿਹੜਾ ਆ ਉਹਦਾ ਫਿਰ ਸਹਿਰਦਤਾ ਦੇ ਨਾਲ ਕੋਈ ਜਿਹੜਾ ਹੱਲ ਨਿਕਲ ਸਕਦਾ। ਤੇ ਇਸ ਕਰਕੇ ਆਸ ਰੱਖਣੀ ਚਾਹੀਦੀ ਆ। ਕੋਈ ਗੱਲ ਨਹੀਂ, ਕਈ ਵਾਰੀ ਰਹਿ ਜਾਂਦੀਆਂ ਕਸਰਾਂ, ਉਹ ਹੌਲੀ ਫਿਰ ਨਿਕਲ ਜਾਂਦੀਆਂ ਆ ਮਿਲ ਬੈਠ ਕੇ। ਇਹ ਗੱਲ ਹੋਰ ਵੀ ਜ਼ਰੂਰੀ ਤਾਂ ਹੋ ਜਾਂਦੀ ਹੈ ਕਿ ਇੱਕ ਪਾਸੇ ਆਪਾਂ ਗੁਰੂ ਅਰਜਨ ਪਾਤਸ਼ਾਹ ਦੀ ਤਾਰੀਖ ਇੱਕ ਨਹੀਂ ਕਰ ਸਕਦੇ, ਦੂਸਰੇ ਪਾਸੇ ਆਪਾਂ ਜਿਹੜੀ ਪਾਕਿਸਤਾਨ ਦੇ ਅੰਦਰ ਸਾਡੇ ਗੁਰਧਾਮਾਂ ਦੀਆਂ 4 ਮੁੱਢਲੀਆਂ ਫੇਰੀਆਂ ਨੇ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ, ਤੇ ਇਸ ਤੋਂ ਇਲਾਵਾ ਵਿਸਾਖੀ ਹੈ। ਅਸੀਂ ਮੰਗ ਇਹ ਵੀ ਕੀਤੀ ਹੈ ਕਿ ਸ਼ਾਇਦ ਉਸ ਤੋਂ ਇਲਾਵਾ ਵੀ ਅਸੀਂ 4 ਜਾਂ 6 ਤਾਰੀਖਾਂ ਦੀ ਹੋਰ ਰਿਕਮੈਂਡੇਸ਼ਨ ਭੇਜ ਰਹੇ ਹਾਂ ਕਿ ਇਹਨਾਂ ਦੇ ਉੱਤੇ ਵੀ ਸਿੱਖ ਸੰਗਤ ਨੂੰ ਦਰਸ਼ਨ ਕਰਨ ਦੀ ਆਗਿਆ ਹੋਵੇ। ਸੋ ਦੋਵੇਂ ਮਸਲਿਆਂ ਦੇ ਉੱਤੇ ਇਹ ਹੋ ਜਾਂਦਾ ਹੈ ਕਿ ਇੱਕ ਪਾਸੇ ਅਸੀਂ ਤਾਰੀਖ ਤੇ ਇੱਕ ਮਤ ਨਹੀਂ ਹੋ ਰਹੇ, ਦੂਸਰੇ ਪਾਸੇ ਅਸੀਂ 4 ਜਾਂ 6 ਤਾਰੀਖਾਂ ਦੀ ਹੋਰ ਮੰਗ ਕਰ ਰਹੇ ਹਾਂ। ਦੇਖੋ,
ਜਿਹੜੇ ਬਾਕੀ ਤੁਸੀਂ ਕਿਹਾ ਉਹਦੇ ਵਿੱਚ ਸਿਰਫ ਇੱਕ ਗੁਰੂ ਪੰਜਮ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਗੁਰਪੁਰਬ ਆ ਜੀ ਉਹੋ ਹੀ ਇੱਕ ਮਤਭੇਦ ਆ, ਬਾਕੀ ਤਿੰਨਾਂ ਦੇ ਜਥਾ ਸਾਡਾ ਇੱਥੋਂ ਬਕਾਇਦਾ ਜਾਂਦਾ ਆ। ਬਿਲਕੁਲ। ਹੁਣ ਮੈਂ ਉੱਥੇ ਪਿੱਛੇ ਗਿਆ ਸੀ ਤਾਂ ਉਹਨਾਂ ਨੇ ਇਹ ਕੈਲੰਡਰ ਦੀ ਤਾਂ ਘੱਟ ਗੱਲ ਕੀਤੀ। ਉਹਨੇ ਕਿਹਾ ਜੀ ਵੀ ਅਸੀਂ ਪਾਕਿਸਤਾਨ ਵਾਲੇ ਵੀ ਚਾਹੁੰਦੇ ਆ ਵੀ ਸਾਨੂੰ ਵੀ 2-3 ਹੋਰ ਦਿਹਾੜੇ 4 ਜਿਹੜੇ ਆ ਉਹ ਦਿੱਤੇ ਜਾਣ, ਤਾਂ ਕਿ ਅਸੀਂ ਵੀ ਪਾਕਿਸਤਾਨ ਤੋਂ ਜਾ ਕੇ ਇੱਥੇ ਪੰਜਾਬ ਦੇ ਵਿੱਚ ਜਾਂ ਸਾਰੇ ਧਰਤੀ ਤੇ ਇਸ ਦੇ ਚਾਹੇ ਤਖਤ ਕੇਸਗੜ੍ਹ ਆਪਣੇ ਹਜੂਰ ਸਾਹਿਬ ਆ, ਚਾਹੇ ਪਟਨਾ ਸਾਹਿਬ ਆ, ਉੱਥੇ ਵੀ ਸਾਰੇ ਜਾਈਏ, ਤਖਤ ਦਮਦਮਾ ਸਾਹਿਬ ਜਾਈਏ। ਇਹ ਕਿਉਂਕਿ ਸਰਕਾਰ ਪੱਧਰ ਦੇ ਮਸਲੇ ਹੁੰਦੇ ਆ ਤੇ ਸਰਕਾਰ ਨੇ ਇਹ ਨਿਪਟਾਉਣੇ ਹੁੰਦੇ ਆ। ਪਰ ਜਿੱਦਣ ਮੈਂ ਉੱਥੇ ਗਿਆ ਉਦਣ ਸਾਰੀ ਤਕਰੀਬਨ ਸਾਡੀ ਗੱਲ ਹੋ ਗਈ ਸੀ। ਸਿਰਫ ਇੱਕ ਗੁਰੂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਜਿਹੜਾ ਆ ਉਹਨਾਂ ਨੂੰ ਮੈਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਤਦ ਤੱਕ ਕੋਈ ਹੱਲ ਨਹੀਂ ਨਿਕਲਦਾ, ਤਦ ਤੱਕ ਤੁਸੀਂ ਜੋ ਅਸੀਂ ਕੈਲੰਡਰ ਬਣਦਾ ਨਾਨਕਸ਼ਾਹੀ ਕੈਲੰਡਰ ਉਹਦੇ ਮੁਤਾਬਕ ਹੀ। ਉਹ ਕਹਿੰਦੇ ਜੀ ਅਸੀਂ ਮੁੰਡਲੋਂ ਵਾਲੇ ਮਨਾਉਂਦੇ ਆ, ਪਰ ਉਹਦੇ ਵਿੱਚ ਕਈ ਫਿਰ ਉੱਥੇ ਦੀਆਂ ਪਰਿਸਥਿਤੀਆਂ ਹੁੰਦੀਆਂ ਵੱਖ-ਵੱਖ ਮੁਲਕਾਂ ਦੀਆਂ, ਤੇ ਇਹ ਜਿਹੜੇ ਇੱਧਰ ਨੂੰ ਆਉਣ ਵਾਲੇ ਆ ਉਹ ਅਸੀਂ ਹੁਣ ਸਰਕਾਰ ਨੂੰ ਇੱਕ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਡਿਪਲੋਮੈਟਿਕ ਤੌਰ ਦੇ ਉੱਤੇ ਆਪਣੀ ਸਰਕਾਰ ਕੋਲੋਂ ਸ਼ੁਰੂ ਕਰਾਓ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤਾਂ ਸਮੇਂ-ਸਮੇਂ ਮੁਤਾਬਕ ਲਿਖ ਕੇ ਦਿੰਦੇ ਰਹਿੰਦੇ ਆ ਵੀ ਇਹ ਚਾਹੇ ਸਿੱਖਾਂ ਨੂੰ ਉੱਧਰ ਜਾਣ ਦੀ ਚਾਹੇ ਇੱਧਰ ਆਉਣ ਦੀ। ਫਿਰ ਅਸੀਂ ਉੱਥੇ ਬੈਠ ਕੇ ਇੱਕ ਇਹ ਵੀ ਕੀਤੀ ਸੀ ਵੀ ਕਰਤਾਰਪੁਰ ਦਾ ਜਿਹੜਾ ਜਾਣ ਦਾ ਸਿਸਟਮ ਆ $20 ਹੋਏ ਜਾਂ ਉੱਥੇ ਪਾਸਪੋਰਟ ਹੋਵੇ, ਆਮ ਬੰਦਾ ਜਾ ਨਹੀਂ ਸਕਦਾ, ਆਧਾਰ ਕਾਰਡ ਦੇ ਉੱਤੇ ਚਲੇ ਜਾਵੇ। ਜੇ ਇੱਧਰੋਂ ਵੀਜ਼ੇ ਆ ਫੈਮਿਲੀ ਵੀਜ਼ੇ ਦਿੱਤੇ ਜਾਣ ਤੇ ਆਪਾਂ ਨੂੰ ਦਿੱਲੀ ਜਾਣ ਨਾਲੋਂ ਇੱਥੇ ਬੈਠ ਕੇ ਇੱਕ ਆਪਣੇ ਬਾਘਾ ਬਾਰਡਰ ਤੇ ਤੁਸੀਂ ਇੱਦਾਂ ਦਾ ਸਿਸਟਮ ਪਾਕਿਸਤਾਨ ਸਰਕਾਰ ਨੂੰ ਮੰਗ ਕੀਤੀ ਸੀ ਵੀ ਤੁਸੀਂ ਕਰ ਦਿਓ, ਪਰ ਉਹ ਕਹਿੰਦੇ ਸੀ ਵੀ ਕਿਉਂਕਿ ਤੁਹਾਡੀ ਸਰਕਾਰ ਵੀ ਸਾਡੇ ਨਾਲ ਕੋਆਪਰੇਟ ਕਰੇ। ਸੋ ਇਹ ਸਰਕਾਰ ਪੱਧਰ ਦੇ ਮਸਲੇ ਆ, ਬਾਕੀ ਕੋਈ ਨਹੀਂ। ਮੈਂ ਤਾਂ ਆਪ ਵੀ ਚਾਹੁੰਦਾ ਵੀ ਰੋਜ਼ ਆਪਾਂ ਲੋਚਦੇ ਆ ਖੁੱਲੇ ਦਰਸ਼ਨ ਤੇ ਦੀਦਾਰ, ਤੇ ਖੁੱਲੇ ਦਰਸ਼ਨ ਦੀਦਾਰ ਜ਼ਰੂਰ ਆਪਣੇ, ਚਾਹੇ ਇੱਧਰ ਸਿੱਖ ਜਿਹੜੇ ਇੱਧਰ ਨੂੰ ਤੇ ਇੱਧਰ ਤਾਂ ਆਲਰੇਡੀ ਅਸੀਂ ਕਰ ਹੀ ਰਹੇ ਦਰਸ਼ਨ ਦੀਦਾਰੇ, ਪਰ ਉਹ ਜਿਹੜੇ ਪਾਕਿਸਤਾਨ 'ਚ ਬੈਠੇ ਆ ਉਹ ਵੀ ਚਾਹੁੰਦੇ ਆ ਵੀ ਸਾਨੂੰ ਵੀ ਮੌਕਾ ਦਿੱਤਾ ਜਾਵੇ। ਸੋ ਕੋਈ ਨਹੀਂ, ਗੁਰੂ ਸਾਹਿਬ ਕਿਰਪਾ ਕਰਨ। ਅੱਗੇ ਵੀ ਅਰਦਾਸ ਇਹ ਕੰਮ ਆਈ ਸੀ ਤੇ ਗਾਂ ਵੀ ਅਰਦਾਸ ਇਹ ਸਤਿਗੁਰੂ ਜੀ ਪੂਰੀ ਕਰਨਗੇ। ਪ੍ਰਧਾਨ ਸਾਹਿਬ, ਇੱਕ ਸਿਧਾਂਤਕ ਤੌਰ ਤੇ ਵਾਰ-ਵਾਰ ਸਵਾਲ ਆਉਂਦੇ ਆ ਕਿ ਜਿਵੇਂ ਸ਼੍ਰੋਮਣੀ ਕਮੇਟੀ ਸਿਰਮੌਰ ਹੈ ਤੇ ਅਕਾਲੀ ਦਲ ਇਸ ਦਾ ਇੱਕ ਸਿਆਸੀ ਵਿੰਗ ਹੈ, ਯਾਨੀ ਕਿ ਸਿਰਮੌਰ ਸ਼੍ਰੋਮਣੀ ਕਮੇਟੀ ਹੈ, ਪਰ ਜਦੋਂ ਵੀ ਗੱਲ ਹੁੰਦੀ ਹੈ ਜਿਵੇਂ ਅਕਾਲੀ ਦਲ ਦਾ ਦਬਦਬਾ ਸ਼੍ਰੋਮਣੀ ਕਮੇਟੀ ਤੇ ਵਧੇਰੇ ਮਹਿਸੂਸ ਹੁੰਦਾ ਆ। ਦੂਸਰਾ, ਜਿਵੇਂ ਬੀਬੀ ਜਗੀਰ ਕੌਰ ਹੁਣਾਂ ਨਾਲ ਪਿਛਲੇ ਦਿਨਾਂ ਜਦੋਂ ਮੈਂ ਮੁਲਾਕਾਤ ਕੀਤੀ, ਉਹਨਾਂ ਇਹ ਕਿਹਾ ਕਿ ਮੇਰੇ ਡੇਰੇ ਦੇ ਵਿੱਚ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਆ। ਸੋ ਬਹੁਤ ਸਾਰੇ ਡੇਰੇ ਸੰਪਰਦਾਵਾਂ ਦੇ ਅੰਦਰ ਵੀ ਇਹ ਚੁਣੌਤੀ ਹੈਗੀ ਹੈ ਕਿ ਇਸ ਨੂੰ ਬੜੇ ਸੁਹਿਰਦ ਢੰਗ ਨਾਲ ਕਿਵੇਂ ਲਾਗੂ ਕੀਤਾ ਜਾਵੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਰੇ ਪਾਸੇ ਚੱਲੇ। ਤੀਸਰਾ ਮਸਲਾ ਇਸੇ ਤਰ੍ਹਾਂ ਸਿਧਾਂਤਕ ਦਾ ਆ ਜਾਂਦਾ ਜਦੋਂ ਆਤਿਸ਼ਬਾਜ਼ੀ ਹੁੰਦੀ ਹੈ, ਜਦੋਂ ਬਹੁਤ ਸਾਰੇ ਸਿੱਖ ਕਹਿੰਦੇ ਆ ਕਿ ਸਾਡਾ ਜਿਹੜਾ ਕੁਦਰਤ ਦਾ ਫਲਸਫਾ ਆ ਗੁਰਬਾਣੀ ਦੇ ਆਧਾਰ ਦੇ ਉੱਤੇ ਹੋਰ ਤਰ੍ਹਾਂ ਆ, ਪਰ ਜਦੋਂ ਅਸੀਂ ਆਤਿਸ਼ਬਾਜ਼ੀ ਕਰਦੇ ਆ ਤੇ ਉਹਦੇ ਵਿੱਚ ਸਾਡੇ ਫਲਸਫੇ ਢਹਿ ਢੇਰੀ ਹੁੰਦੇ ਨੇ। ਅਜਿਹੇ ਜਿਹੜੇ ਸਿਧਾਂਤਕ ਪੱਖਾਂ ਦੀ ਬਹਿਸ ਹੈ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਸਟੇਜ ਤੇ ਵੀ ਕਹਿਣਾ ਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੇਰੈਂਟਲ ਬੋਡੀ ਆ ਜੀ, ਜਿਹੜੀ ਸਿੱਖ ਦੀ ਵੀ ਤਰਜਮਾਨੀ ਕਰਦੀ ਆ ਤੇ ਅਕਾਲੀ ਦਲ ਦੀ ਵੀ ਤਰਜਮਾਨੀ ਕਰਦੀ ਆ। ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪਿਛਲੇ ਸਮੇਂ ਦੌਰਾਨ ਥੋੜ੍ਹਾ ਜਿਹਾ ਕਮਜ਼ੋਰ ਹੋ ਗਿਆ, ਉਸੇ ਤਰਜ ਨੂੰ ਅਸੀਂ ਹੋਰ ਤੇਜ਼ ਕੀਤਾ ਵੀ ਜੇ ਪੋਲੀਟੀਕਲ ਮੈਪ ਤੇ ਅਕਾਲੀ ਦਲ ਕਮਜ਼ੋਰ ਹੋਇਆ ਤੇ ਅੱਜ ਉਸੇ ਮੈਪ ਦੇ ਉੱਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਤਨ ਕਰਨ ਜਾ ਰਹੇ ਹਾਂ। ਇਹ ਕੌਮ ਲਈ ਇੱਕ ਮੰਦਭਾਗਾ ਆ। ਦੂਸਰਾ ਜਿਹੜਾ ਮਰਿਆਦਾ ਆ, ਦੇਖੋ ਹੁਣ ਜਿਹੜੇ ਸੰਪਰਦਾਵਾਂ ਆ, ਨਿਹੰਗ ਸਿੰਘ ਸੰਪਰਦਾਈ ਆਦਿ ਕਾਲ ਜਿੱਦਾਂ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਲ ਉਹ ਜੋੜਦੇ ਆ। ਇਵੇਂ ਦਮਦਮੀ ਟਕਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਹਿਲੇ, ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਉਹ ਆ। ਇਹ ਕੁਛ ਇਹਨਾਂ ਦੀਆਂ ਸੰਪਰਦਾਈ ਮਰਿਆਦਾਵਾਂ ਜਿਹੜੀਆਂ ਉਹ ਚੱਲਦੀਆਂ ਆ, ਉਹ ਆਪਣੇ ਤੌਰ ਦੇ ਉੱਤੇ ਸੋਦਰ ਦਾ ਹੋਇਆ ਜਾਂ ਨਿਤਨੇਮ ਦੀ ਕਰ ਲਈਏ ਜਾਂ ਹੋਰ ਕਰ ਲਈਏ, ਉਹਨਾਂ ਦੀਆਂ ਪੁਰਾਤਨ ਕਾਲ ਉਹ ਜਿਹੜੀਆਂ ਉਹ ਚੱਲੀਆਂ ਆ ਰਹੀਆਂ ਤੇ ਉਹ ਐਜ ਇਟ ਇਜ਼ ਚੱਲ ਰਹੇ ਆ। ਕੁਛ ਹੋਰ ਨਵੀਆਂ ਜਿਹੜੀਆਂ ਜਥੇਬੰਦੀਆਂ ਵਿੱਚ ਉੱਠੀਆਂ, ਉਹਨਾਂ ਨੇ ਕੁਛ ਆਪਣੀਆਂ ਬਣਾ ਲਈਆਂ, ਪਰ ਸਮੁੱਚੇ ਤੌਰ ਤੇ ਸਰਬ-ਪ੍ਰਵਾਨਤ ਰਹਿਤ ਮਰਿਆਦਾ ਕੇਵਲ ਤਾਂ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ। ਤੇ ਇਹ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਬਾਈਂਡਿੰਗ ਫੋਰਸ ਨੇ, ਲਾ ਬਾਈਂਡਿੰਗ ਫੋਰਸ ਇਨ ਦਾ ਸੈਂਸ ਵੀ ਇੱਕ ਜਿਹੜਾ ਸਰਕਾਰ ਆ ਉਹ ਜੇ ਆਰਡਰ ਕੱਢਦੀ ਆ ਉਹਨਾਂ ਕੋਲ ਆਰਡਰ ਲਾਗੂ ਕਰਾਉਣ ਲਈ ਇੱਕ ਚੈਨਲ ਵੀ ਆ ਉਹਨਾਂ ਦਾ, ਸਰਕਾਰ ਦਾ ਉਹਨਾਂ ਕੋਲ ਹਿੱਸਾ ਆ, ਸਰਕਾਰ ਦੇ ਸਿਸਟਮ ਰਾਹੀਂ ਲਾਗੂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਅਪੀਲ ਕਰ ਸਕਦੀ ਆ। ਤੇ ਅਸੀਂ ਨਿਰੰਤਰ ਇਸ ਗੱਲ ਤੇ, ਮੈਂ ਵੀ ਆਪ ਇਸ ਧਾਰਨਾ ਦਾ ਆ ਵੀ ਜੇ ਕੌਮ ਦੇ ਵਿੱਚ ਇਕੱਲੀ ਸਮੁੱਚੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਲਾਗੂ ਹੋ ਜਾਂਦੀ ਆ ਤੇ ਕੌਮ ਲਈ ਇਹ ਵੀ ਇੱਕ ਸ਼ੁਭ ਸੰਕੇਤ ਆ।
ਇਹ ਪਰ ਸ਼੍ਰੋਮਣੀ ਕਮੇਟੀ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜੇ ਸਿੰਘ ਸਾਹਿਬਾਨ ਦਾ ਉਹਨਾਂ ਦਾ ਵੀ ਪ੍ਰਵਿਊ ਆ, ਕਿਉਂਕਿ ਉਹ ਮੁਖੀ ਆ ਉਸ ਸਾਰੇ ਦੇ ਕਾਰਜ ਦੇ। ਪਰ ਗੁਰੂ ਕਿਰਪਾ ਕਰੇ, ਆਸ ਜਿਹੜੀ ਰੱਖਣੀ ਚਾਹੀਦੀ ਆ। ਜਿਹਲੇ ਆਪਾਂ ਗੰਜਲਾ ਪਾ ਕੇ ਕਿਸੇ ਨੂੰ ਅੱਜ ਯੁੱਗ ਕਿਦਾਂ ਦਾ, ਜੇ 2 ਸਾਲ ਦੇ ਬੱਚੇ ਦੇ ਥੱਪੜ ਮਾਰੋ ਵਰ ਕੀ ਕਰਦਾ। ਇਹ ਪਿਆਰ ਸਤਿਕਾਰ ਦੇ ਨਾਲ ਚੱਲਣ ਦਾ ਕੰਮ ਆ। ਆਪਾਂ ਕਈ ਵਾਰੀ ਡੰਡਾ ਫੜ ਲੈਨੇ ਆ, ਪਹਿਲੇ ਇਦਾਂ ਹੀ ਆਹ ਕੰਮ ਲਾਗੂ ਹੋਵੇ। ਆਪ ਤਾਂ ਭਾਵੇਂ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਨਾ ਕਰਦਾ ਹੋਵੇ ਤੇ ਦੂਜੇ ਨੂੰ ਜਾ ਕੇ ਕਹੂਗਾ ਬਾਣੀਆਂ 5 ਆ ਕਿ 3 ਆ, ਸਵੇਰੇ ਅੰਮ੍ਰਿਤ ਵੇਲੇ ਪੜ੍ਹਿਆ ਤੂੰ ਤਾਂ ਪੜ੍ਹ ਪਹਿਲਾਂ। ਸਾਡੇ ਪ੍ਰੈਵਲੈਂਟ ਕਸਟਮ ਹੀ ਇਹੋ ਜਿਹੇ ਬਣ ਗਈ ਵੀ ਮਾੜੀ ਗੱਲ ਦੇਖਣੀ। ਜੇ ਪਿੰਡ 'ਚ ਕਿਸੇ ਅੰਮ੍ਰਿਤਧਾਰੀ ਨੇ ਅੰਮ੍ਰਿਤ ਭੰਗ ਕਰਤਾ ਤਾਂ ਉਹਦਾ ਜੀਵਨ ਦੂਜੇ ਦਾ ਨਹੀਂ ਦੇਖਣਾ, ਜਿਹੜਾ ਤੜਕੇ ਉੱਠ ਕੇ 5 ਬਾਣੀਆਂ ਨਾਲ ਆਸਾ ਜੀ ਦੀ ਬਾਰ ਤੇ ਸੁਖਣੀ ਸਾਹਿਬ ਵੀ ਕਰਦਾ। ਉਦਾਹਰਨ ਉਹਦੀ ਦੇਣਗੇ ਜਿਹੜੀ ਪਿਛਲੇ ਪਾਸੇ ਨੂੰ ਖਿੱਚਦੀ ਆ। ਇਹ ਸਾਡੇ ਕੁਝ ਸੋਸ਼ਲ ਮੀਡੀਆ ਨੇ ਜ਼ਿਆਦਾ ਸਿੱਖਾਂ ਦਾ ਖਾਸ ਕਰਕੇ ਮੈਂ ਕਹੂੰਗਾ ਨੁਕਸਾਨ ਕਰ ਦਿੱਤਾ। ਪਰ ਕੋਈ ਨਹੀਂ, ਲੈਟ ਸੋ ਫਾਰ ਬੈਟਰ ਕਹਿੰਦੇ। ਆਪਾਂ ਉਸ ਆਸ ਦੇ ਨਾਲ ਜੀਏ, ਗੁਰੂ ਤੇ ਆਸਥਾ ਰੱਖੀਏ। ਸਤਿਗੁਰ ਜੀ ਸਾਰੇ ਕਾਰਜ ਜਿਲੇ ਅੰਦਰ ਸ਼ੁੱਧਤਾ ਬਾਣੀ ਨਾਲ ਹੁੰਦੀ, ਜਿਲੇ ਅੰਦਰ ਸ਼ੁੱਧ ਹੋ ਗਿਆ। ਜੇ ਅੰਦਰ ਅਗਿਆਨਤਾ, ਈਰਖਾ, ਦਵੈਸ਼ ਆ, ਫਿਰ ਤਾਂ ਕੋਈ ਮਸਲਾ, ਜਿੱਦਾਂ ਮੈਂ ਪਹਿਲਾਂ ਤੁਸੀਂ ਸਰੂਪਾਂ ਦਾ ਕਿਹਾ, ਤੇ ਫਿਰ ਤਾਂ ਮੁੱਕਣੀ ਨਹੀਂ। ਤੇ ਜੇ ਆਪਾਂ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਇੱਕ ਪਲੇਟਫਾਰਮ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ। ਔਰ ਬਲੂ ਸਟਾਰ ਤੋਂ ਬਾਅਦ ਵੀ ਉੱਥੇ ਕੇਂਦਰੀਕਰਨ ਆਪਾਂ ਕੀਤਾ ਉਸ ਸੰਸਥਾ ਤੇ। ਸਿੱਖ ਕੌਮ ਨੇ ਬੜੇ ਤਕੜੇ ਹੋ ਕੇ ਉਹ ਸੰਘਰਸ਼ ਲੜਿਆ। ਹੁਣ ਵੀ ਉਹਦੇ ਤੇ ਕੇਂਦਰਿਤ ਹੋਣ ਦੀ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਹੈ ਤੇ ਸਿੱਖਾਂ ਨੂੰ ਕੇਂਦਰਿਤ ਹੋਣਾ ਵੀ ਚਾਹੀਦਾ ਹੈ। ਆਤਿਸ਼ਬਾਜ਼ੀ ਵਾਲਾ ਵੀ, ਆਤਿਸ਼ਬਾਜ਼ੀ ਵਾਲਾ ਦੇਖੋ, ਇਹ ਕਿਉਂਕਿ ਪਹਿਲਾਂ ਚੱਲਦੀ ਸੀ, ਪਹਿਲਾਂ ਕਿਸੇ ਵੇਲੇ ਸਮਾਂ ਸੀਗਾ ਵੀ ਬਹੁਤ ਲੰਬਾ ਅਰਸਾ ਚੱਲੀ ਜਾਂਦੀ ਸੀ। ਠੀਕ ਹੈ। ਹੁਣ ਵੀ ਉੱਥੇ ਤਕਰੀਬਨ ਅਸੀਂ 15 ਮਿੰਟ ਦੀ ਜਿਹੜੀ ਆ ਰਿਲੈਕਸੇਸ਼ਨ ਦਿੰਦੇ ਆ। ਕੁਛ ਮਾਡਰਨ ਜਿਹੜੀਆਂ ਮੈਂ ਕਹਿ ਲਵਾਂ ਜਥੇਬੰਦੀਆਂ ਆ, ਉਹ ਆਸਤਕ ਤੌਰ ਦੇ ਉੱਤੇ ਉਹਦਾ ਲੌਜਿਕ ਜਿਹੜਾ ਆ ਦਿੰਦੀਆਂ। ਪਰ ਕਈ ਸ਼ਰਧਾ ਬੱਸ ਹੈਗੇ ਜਿਹੜੇ ਸਿਸਟਮ ਹਾਲੇ ਵੱਜੇ ਆ ਸਾਡੇ, ਉਹ ਕਿਉਂਕਿ ਐਵੇਂ ਆਦਿ ਕਾਲ ਤੋਂ ਚੱਲੇ ਆ ਰਹੇ ਆ। ਹੁਣ ਉਸ ਵੇਲੇ ਤਾਂ ਆਪਾਂ ਆਟੇ ਦੇ ਦੀਵੇ ਜਗਾਉਂਦੇ ਸੀ, ਤੇਲ ਦੀ ਥਾਂ ਘੇ ਪਾਉਂਦੇ ਸੀ। ਫਿਰ ਆ ਗਏ ਗਾਹਾਂ ਤੇਲ ਦੇ ਦੀਵੇ, ਹੁਣ ਇਲੈਕਟ੍ਰੀਕਲ ਦਾ ਆ ਗਿਆ। ਫਿਰ ਦੀਪਮਾਲਾ ਕਰਨੀ, ਉਹ ਆਪਣੇ ਲੜੀਆਂ ਲੋਕ ਲਾ ਦਿੰਦੇ ਆ। ਪਰ ਫਿਰ ਵੀ ਕੁਝ ਪਰੰਪਰਾਵਾਂ ਜਿਹੜੀਆਂ ਸਿੱਖਾਂ ਦੇ ਵਿੱਚ ਆ ਪ੍ਰੈਵਲੈਂਟ ਚੱਲਦੀਆਂ ਆ, ਉਹ ਆਈਐਜੀਟੀ ਜੇ ਸਿੰਬੋਲਿਕ ਤੌਰ ਦੇ ਉੱਤੇ ਜਿਹੜੀਆਂ ਉਹ ਚੱਲੀ ਆਉਂਦੀਆਂ ਤੇ ਚੱਲਣੀਆਂ ਹਾਲੇ ਚਾਹੀਦੀਆਂ ਵੀ ਆ। ਸੋ ਇਸ ਕਰਕੇ ਇਹ ਵੀ ਬੈਠ ਕੇ ਵਿਚਾਰਾਂਗੇ, ਕਿਉਂਕਿ ਜਿਸਲੇ ਤੁਸੀਂ ਕੋਈ ਮੁੱਦਾ 2-4 ਜਾਂ ਜਥੇਬੰਦੀਆਂ ਜਾਂ 2-4 ਸਰੀਰਾਂ ਦੇ ਪਿੱਛੇ ਲੱਗ ਕੇ ਕਰ ਦਿੰਦੇ ਆ, ਉਹ ਕੌਮ ਦੇ ਵਿੱਚ ਫਿਰ ਦੁਬਿਧਾ ਪੈਦਾ ਕਰ ਦਿੰਦੀਆਂ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਹਰ ਇੱਕ ਸਿੱਖ ਨੂੰ ਤਾਂ ਹੁਣ ਸ਼ਿਕਾਇਤ ਆ, ਉਹ ਕਹਿੰਦਾ ਮੇਰੇ ਤੋਂ ਗਾਹਾਂ ਅਕਲ ਦਾ ਕੰਮ ਹੀ ਖਤਮ ਹੋ ਗਿਆ। ਪਰ ਗੁਰੂ ਸਾਹਿਬ ਕਿਰਪਾ ਕਰਨ, ਕੋਈ ਨਾ ਕੋਈ ਜਿਲੇ ਕੌਮ ਇੱਕ ਥਾਂ ਜੁੜਦੀ ਆ। ਆਪਾਂ ਤਾਂ ਹਾਲੇ ਕੁਛ ਮੁੱਦਿਆਂ ਤੇ ਜੁੜਦੇ ਹੀ ਨਹੀਂ। ਜਿਲੇ ਇੱਕ ਥਾਂ ਜੁੜਦੀ ਆ ਫਿਰ ਉਹਨਾਂ ਦੇ ਹੱਲ ਵੀ ਨਿਕਲਦੇ ਆ। ਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਜਥੇਦਾਰ ਸਾਹਿਬਾਨ ਆ, 5 ਸਿੰਘ ਸਾਹਿਬਾਨ ਆ, ਇਹ ਸਾਰਾ ਉਹਨਾਂ ਦਾ ਵੀ ਪੈਰੋਗੇਟਿਵ ਆ, ਉਹਨਾਂ ਦੀ ਜੁਰਿਸਡਿਕਸ਼ਨ ਆ। ਇਹ ਅਸੀਂ ਤਾਂ ਇਹਦਾ ਸ਼ੇਪ ਆਫ ਜਿਹੜਾ ਆ ਅਪੀਲ ਹੀ ਕਰ ਸਕਦੇ ਹਾਂ। ਪ੍ਰਧਾਨ ਸਾਹਿਬ, ਜਥੇਦਾਰ ਸਾਹਿਬ ਦਾ ਜ਼ਿਕਰ ਛਿੜਿਆ ਆ, ਤੇ ਦੇਖੋ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸਾਡਾ ਸਿਰਮੌਰ ਤਖਤ ਹੈ, ਤੇ ਉੱਥੋਂ ਦੇ ਜਿਹੜੇ ਜਥੇਦਾਰ ਨੇ ਉਹ ਸਾਡੇ ਵੱਡੇ ਆਗੂ ਨੇ। ਤੇ ਜਦੋਂ ਅਸੀਂ ਜਥੇਦਾਰ ਸਾਹਿਬ ਵੱਲ ਵੇਖਦੇ ਹਾਂ ਤੇ ਉਹ ਹਜੇ ਤੱਕ ਕਾਰਜਕਾਰੀ ਜਥੇਦਾਰ ਹੈ। ਮਤਲਬ ਕਿ ਉਦਾਹਰਨ ਦੇ ਤੌਰ ਤੇ ਵੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮੁਕੰਮਲ ਜਥੇਦਾਰ ਕਿਉਂ ਨਹੀਂ ਬਣਾਇਆ ਜਾ ਸਕਦਾ, ਜਾਂ ਕਾਰਜਕਾਰੀ ਦੂਸਰੇ ਤਖਤਾਂ ਦੇ ਜਥੇਦਾਰ ਤਾਂ ਪੱਕੇ ਨੇ, ਪਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਜੇ ਤੱਕ ਕਾਰਜਕਾਰੀ ਕਿਉਂ ਹੈ? ਇਸ ਦੇ ਉੱਤੇ ਤੁਹਾਡਾ ਕੀ ਨਜ਼ਰੀਆ? ਦੇਖੋ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਤਖਤ ਦਮਦਮਾ ਸਾਹਿਬ ਦੇ ਵੀ ਜਥੇਦਾਰ ਆ, ਉੱਥੇ ਉਹ ਪੱਕੇ ਜਥੇਦਾਰ ਆ। ਤੇ ਇਧਰਲੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹ ਐਕਟਿੰਗ ਜਥੇਦਾਰ ਆ। ਤੇ ਜਿਹਲੇ ਨੈਚੁਰਲੀ ਉਹ ਇੱਕ ਤਖਤ ਦੇ ਤਾਂ ਕਿਉਂਕਿ ਆਲਰੇਡੀ ਹੈਗੇ ਆ ਦਮਦਮਾ ਸਾਹਿਬ ਦੇ, ਇਹ ਬੈਠ ਕੇ ਅਸੀਂ ਵਿਚਾਰਾਂਗੇ। ਕਈ ਵਾਰੀ ਇਹ ਸਵਾਲ ਉੱਠਦੇ ਆ, ਬੈਠ ਕੇ ਵਿਚਾਰ ਕਰਕੇ ਜ਼ਰੂਰ ਯਤਨ ਕਰਾਂਗੇ ਵੀ ਇਹਨੂੰ ਆ ਜਿਹੜਾ ਕਾਰਜਕਾਰੀ ਲਫ਼ਜ਼ ਹੈ ਇਹ ਥੋੜ੍ਹੇ ਚਿਰ ਤਾਂ ਹੁੰਦਾ ਤੇ ਇਹ ਲਾ ਲਿਆ ਜਾਵੇ। ਯਤਨ ਕਰਾਂਗੇ ਬੈਠ ਕੇ, ਆਉਂਦੀ ਐਜੈਕਟ ਦੇ ਵਿੱਚ ਵਿਚਾਰਾਂ ਕਰਾਂਗੇ ਬੈਠ ਕੇ ਸਾਰੇ। ਪ੍ਰਧਾਨ ਸਾਹਿਬ, ਹੁਣ ਜਿਵੇਂ ਤੁਸੀਂ ਪ੍ਰਧਾਨ ਬਣ ਗਏ ਹੋ, ਤੇ ਮੈਨੂੰ ਲੱਗਦਾ ਇਸ ਬਾਰੇ ਵੀ ਸੋਚਿਆ ਜਾ ਸਕਦਾ ਕਿ ਇੱਕ ਲੰਮਾ ਦਹਾਕਾ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ, ਤੇ ਜਿਹੜੀਆਂ ਚੋਣਾਂ ਨੇ ਪੀਰੀਓਡਿਕ ਚੋਣਾਂ, ਇਹ ਡੈਮੋਕ੍ਰੈਟਿਕ ਜਿਹੜੀ ਸਾਡੀ ਸਪਿਰਿਟ ਹੁੰਦੀ ਹੈ ਉਹਦੇ ਲਈ ਵੀ ਜ਼ਰੂਰੀ ਹੁੰਦਾ ਆ। ਇਸ ਬਾਰੇ ਤੁਸੀਂ ਕੀ ਸੋਚ ਰਹੇ ਹੋ ਕਿ ਇਸ ਦੇ ਬਾਰੇ ਸ਼੍ਰੋਮਣੀ ਕਮੇਟੀ ਅੱਗੇ ਕੀ ਪੜਾਅ ਪਾਏਗੀ ਜਾਂ ਕੀ ਆਪਣਾ ਸਟੈਪ ਚੁੱਕੇਗੀ? ਪਹਿਲੀ ਗੱਲ ਤਾਂ ਇਹ ਆ ਵੀ ਲੋਕਾਂ ਦੇ ਵਿੱਚ ਇੱਕ ਬੜੀ ਵੱਡੀ ਇਹ ਗੱਲ ਚੱਲ ਗਈ ਆ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼੍ਰੋਮਣੀ ਕਮੇਟੀ ਨੇ ਕਰਾਉਣੀਆਂ।
ਇੱਕ ਸਿਸਟਮ ਆ, ਕਿਉਂਕਿ ਜਿਹੜੇ ਇਲੈਕਸ਼ਨ ਕਮਿਸ਼ਨ ਬਣਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਸੈਂਟਰ ਨੇ ਬਣਾਉਣਾ। ਪਰ ਉਹਦੇ ਲਈ ਤੁਸੀਂ ਸਰਗਰਮੀ ਤੇ ਕਰ ਸਕਦੇ ਹੋ ਨਾ, ਦਬਾਅ ਪਾ ਸਕਦੇ ਹੋ। ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਤੁਹਾਨੂੰ ਮਤੇ ਦਿਖਾ ਦੇਣਾ ਸੀ, ਤਾਂ ਮਤੇ ਵੀ ਪਾ ਕੇ ਭੇਜੇ ਪਏ, ਇਹਨੂੰ ਰੈਗੂਲਰ ਕੀਤਾ ਜਾਵੇ। ਆਹ ਜਿਹੜੀ ਹੋਣ ਦੀ ਹੈ, ਇਹਦੇ ਤੇ ਤਾਂ ਸਾਰਿਆਂ ਦਾ ਸਾਡਾ ਜ਼ੋਰ ਲੱਗਾ ਆ ਕਿ ਅਸੀਂ 11 'ਚ ਚੋਣ ਹੋਈ ਸੀ, ਉਹਨੂੰ 16 ਤੱਕ ਹਾਊਸ ਗਿਣਦੇ ਆ। ਪਰ ਤੁਸੀਂ 11 ਤੋਂ 16 ਤੱਕ ਕੋਈ ਪ੍ਰਧਾਨ ਦੀ ਚੋਣ ਹੋਈ ਆ? ਕੋਈ 11 ਤੋਂ 16 ਤੋਂ ਕੋਈ ਆਪਣੇ ਬਜਟ ਪੇਸ਼ ਹੋਇਆ? ਕਿਉਂਕਿ ਸੁਪਰੀਮ ਕੋਰਟ ਦਾ ਸਟੇ ਹੈਗਾ, ਇਹਦਾ ਇੱਕ ਸਿਸਟਮ ਆ, ਜਿਹੜੇ ਤੁਹਾਡਾ ਜਨਰਲ ਹਾਊਸ ਚੋਣ ਹੋ ਜਾਂਦਾ, ਉਹ ਤੋਂ ਬਾਅਦ ਪ੍ਰਜਾਈਡ ਓਵਰ ਕਰਨਾ ਹੁੰਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ। ਉਹਦੇ ਵਿੱਚ ਫਿਰ ਕੋਆਪਸ਼ਨ ਹੁੰਦੀ ਆ, ਕੋਆਪਸ਼ਨ ਹੋਣ ਤੋਂ ਬਾਅਦ ਹੋਮ ਮਿਨਿਸਟਰੀ ਉਹਦੀ ਜਿਹੜੀ ਆ ਉਹ ਨੋਟੀਫਿਕੇਸ਼ਨ ਕਰਦੀ ਆ। ਤੇ ਅਸੀਂ ਤਾਂ ਇਸੇ ਗੱਲ ਨੂੰ ਠੀਕ ਆ ਵੀ ਇਹ 5 ਸਾਲ, ਪਰ 5 ਸਾਲ ਸਾਡੇ ਕਰਕੇ ਥੋੜ੍ਹਾ ਰਹਿ ਗਏ। 5 ਸਾਲ ਸੁਪਰੀਮ ਕੋਰਟ ਨੇ ਸਟੇ ਕੀਤਾ ਸੀ, ਤੇ ਉਹ ਲਾਉਣ ਦੇ ਵੀ ਸ਼੍ਰੋਮਣੀ ਕਮੇਟੀ ਨੇ ਸਿਗਾ ਨਹੀਂ ਕੀਤਾ ਆ, ਅਸੀਂ ਤਾਂ ਉਹ 'ਚ ਸੀਗੇ ਰਿਸਪੋਂਡੈਂਟ। ਫਿਰ ਉਹ ਤੋਂ ਬਾਅਦ 16 'ਚ ਇਹ ਸਟੇ ਵਿਕੇਟ ਹੋਇਆ, ਉਹ ਤੋਂ ਬਾਅਦ ਫਿਰ ਹਾਊਸ ਬਣਿਆ, ਹਾਊਸ ਦੀ ਫਿਰ ਦੁਬਾਰਾ ਚੋਣ ਹੋਈ, ਮੁੜ ਕੇ ਬਡੂੰਗਰ ਸਾਹਿਬ ਪ੍ਰਧਾਨ ਬਣੇ, ਕੋਆਪਸ਼ਨ ਜਿਹੜੀ ਸੀ ਉਦੋਂ ਕੰਪਲੀਟ ਹੋਈ ਆ। ਸੋ ਜਿਹੜੇ 5 ਸਾਲ ਆ ਉਹ ਵੀ ਗਿਣੀ ਜਾਂਦੇ। ਸ਼੍ਰੋਮਣੀ ਕਮੇਟੀ ਨੇ ਚੋਣ ਨਹੀਂ ਕਰਾਉਣੀ, ਹੁਣ ਇਲੈਕਸ਼ਨ ਕਮਿਸ਼ਨ ਵੀ ਬਣ ਚੁੱਕਾ, ਸਾਨੂੰ ਤਾਂ ਕੋਈ ਦਿੱਕਤ ਨਹੀਂ ਗੀ। ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਆ ਉਹ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਕਰਾਉਣੀ ਆ, ਸੈਂਟਰ ਗੌਰਮੈਂਟ ਨੇ ਕਰਾਉਣੀ ਆ। ਹੁਣ ਗੱਭੇ ਇੱਕ ਹੋਰ ਕਲੈਬ ਆ ਗਿਆ ਸਿਸਟਮ, ਇੱਕ ਲਿੰਕ ਹੋਰ ਜੁੜ ਗਿਆ ਕਿ ਜਿਹੜੀ ਹਰਿਆਣਾ ਕਮੇਟੀ ਵੱਖਰੀ ਬਣ ਗਈ ਆ, ਉਹ ਸਟੇਟ ਦੀ ਬਣ ਗਈ ਆ। ਤੇ ਹੁਣ ਐਟ ਦੀ ਸਟੇਜ ਹੁਣ ਜਿਹੜੀ ਸਾਡੀ ਸੈਂਟਰਲ ਐਕਟ ਉਹ ਤੋੜ ਦਿੱਤਾ ਗਿਆ। SGPC ਐਕਟ ਐਜ ਇਟ ਇਜ਼ ਖੜਾ, ਪਰ ਉਹਨੇ ਜਿਹੜੀ ਉਹ ਮਾਨਤਾ ਦੇ ਦਿੱਤੀ ਆ, ਉਹ ਜਿਹੜੀ ਲੈਜਿਸਲੇਸ਼ਨ ਆ ਹਰਿਆਣੇ ਦੀ, ਉਹਨੇ ਹਰਿਆਣਾ ਕਮੇਟੀ ਵੱਖਰੀ ਬਣਾ ਦਿੱਤੀ। ਹੁਣ ਜਿਹੜਾ ਕਿਹੜਾ ਇਲੈਕਸ਼ਨ ਕਮਿਸ਼ਨ ਕਰਾਊਗਾ? ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਉਹ ਕੌਣ ਕਰਾਊਗਾ? ਉਹ ਕਿਉਂਕਿ ਸੈਂਟਰ ਕਰਾਊਗਾ। ਜੇ ਸੈਂਟਰ ਕਰਾਉਂਦਾ ਆ ਤਾਂ ਫਿਰ ਇਹਦਾ ਮਤਲਬ ਵੀ ਸੈਂਟਰ ਸਰਕਾਰ SGPC ਦੇ ਉਸ ਐਕਟ ਦੀ ਤਰਜਮਾਨੀ ਕਰਦੀ ਆ। ਉਹ ਤਰਜਮਾਨੀ ਨਹੀਂ ਹੁਣ ਤੋੜ ਦਿੱਤੀ ਆ। ਸੋ ਸਾਨੂੰ ਕੋਈ ਦਿੱਕਤ ਨਹੀਂ ਕਿ ਜਦੋਂ ਵੀ ਇਲੈਕਸ਼ਨ ਹੋਊਗੀ ਡਿਕਲੇਅਰ, ਸਾਰਿਆਂ ਨੂੰ ਹੀ ਆਪਣੇ ਹੱਕ ਮਿਲੂਗਾ, ਉਦੋਂ ਆਪਣੇ ਸਾਰੇ ਇਲੈਕਸ਼ਨ ਲੜ ਲੈਣ। ਪਰ ਲੋਕਾਂ ਨੂੰ ਇਹ ਜਿਹੜਾ ਕਹਿਣਾ ਵੀ ਸ਼੍ਰੋਮਣੀ ਕਮੇਟੀ ਇਸ ਗੱਲ ਦੀ ਇਲੈਕਸ਼ਨ ਨਹੀਂ ਕਰਾਉਂਦੀ, ਇਹ ਗੱਲ ਗਲਤ ਆ। ਇਲੈਕਸ਼ਨ ਸਰਕਾਰਾਂ ਨੇ ਕਰਾਉਣੀਆਂ ਹੁੰਦੀਆਂ। ਇਹ ਐਵੇਂ ਹੀ ਇੱਕ ਆਪਾਂ ਬੈਠ ਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਥੋਪਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਕਰਾਉਣੀ। ਇਹ ਸੈਂਟਰ ਨਹੀਂ ਆ ਤਾਂ ਹੁਣ ਇੱਕ ਨਵਾਂ ਸਵਾਲ ਪੈਦਾ ਕਾਨੂੰਨੀ ਵਿੱਚ ਆ ਗਈ ਮੱਧ। ਉਹ ਜਿਹੜੇ 11 ਮੈਂਬਰ ਆ ਹਰਿਆਣੇ ਵਾਲੇ, ਉਹ ਵਿੱਚੋਂ ਨਿਕਲ ਗਏ। ਉਹ ਕਿਉਂਕਿ ਹਾਊਸ ਛੋਟਾ ਹੋ ਜਾਣਾ, ਫਿਰ ਉਹਦਾ ਕਿਉਂਕਿ ਇਹ ਸਾਰੇ ਇਲੈਕਸ਼ਨ ਕਮਿਸ਼ਨ ਦੇ ਪੈਰੋਗੇਟਿਵ ਆ। ਇਹ ਕਾਨੂੰਨ ਦੀਆਂ ਪਚੀਦਾ ਜਿਹੜੀਆਂ ਉਹਨਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੌਰ ਦੇ ਉੱਤੇ ਆ ਮੈਂਬਰ ਚੁਣੇ ਗਏ, ਉਹ ਆਪਣਾ ਪ੍ਰਬੰਧ ਚਲਾ ਰਹੇ ਆ। ਸੋ ਇਹ ਤਾਂ ਉਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਦੇਖੇ ਵੀ ਇਹਦੇ ਬਾਰੇ ਕੀ ਕਰਨਾ। ਮੈਂ ਸਪਸ਼ਟ ਕਰ ਦੇਣਾ ਕਿ ਸਾਡੇ ਵੱਲੋਂ ਇਹ ਐਲੀਗੇਸ਼ਨ ਨਹੀਂ ਸੀ। ਅਸੀਂ ਤਾਂ ਇੱਕ ਚਰਚਾ ਕਰ ਰਹੇ ਸੀ ਕਿ ਇਸ ਦੇ ਬਾਰੇ ਤੁਹਾਡਾ ਕੀ ਪੜਾਅ ਹੋਏਗਾ, ਤੁਹਾਡੀ ਕੀ ਪਹਿਲ ਹੋਏਗੀ। ਆਖਰੀ 2-3 ਸਵਾਲ ਹੈ ਪ੍ਰਧਾਨ ਸਾਹਿਬ ਕਿ ਇੱਕ ਲੰਮੀ ਲੜਾਈ ਤੋਂ ਬਾਅਦ ਸਹਿਜਧਾਰੀਆਂ ਵਾਲਾ ਮਸਲਾ ਹੱਲ ਹੋਇਆ, ਸੁਪਰੀਮ ਕੋਰਟ ਨੇ ਉਸ ਦੇ ਉੱਤੇ ਫੈਸਲਾ ਕੀਤਾ। ਪਰ ਬਹੁਤ ਸਾਰੇ ਵਿਦਵਾਨ ਕਹਿੰਦੇ ਆ ਕਿ ਇਸ ਦੇ ਬਾਰੇ ਹੁਣ ਅੱਗੇ ਅਸੀਂ ਕੀ ਸੋਚਾਂਗੇ ਕਿ ਜਦੋਂ ਇਲੈਕਸ਼ਨ ਹੋਣਗੇ। ਅਸੀਂ ਅੰਮ੍ਰਿਤਧਾਰੀ ਸਿੰਘ ਦੇ ਵੋਟ ਪਾਉਣ ਦਾ ਅਧਿਕਾਰ ਤੇ ਹੈ ਆ, ਪਰ ਉਹ ਅੰਮ੍ਰਿਤਧਾਰੀ ਸਿੰਘ ਡੇਰਾ ਬਿਆਸ 'ਚ ਵੀ ਨੇ, ਉਹ ਨਾਮਧਾਰੀਆਂ 'ਚ ਵੀ ਨੇ, ਨਿਰੰਕਾਰੀਆਂ 'ਚ ਵੀ ਨੇ। ਤੇ ਫਿਰ ਉਹਨਾਂ ਜਦੋਂ ਅਸੀਂ ਸਿਧਾਂਤਕ ਤੌਰ ਤੇ ਵੇਖਦੇ ਹਾਂ ਤੇ ਉਹ ਇੱਕ ਤਰ੍ਹਾਂ ਦਾ ਗੁਰੂ ਡੰਮ ਹੈ। ਤੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਇਸ ਦੇ ਬਾਰੇ ਕਿਸ ਤਰ੍ਹਾਂ ਦੀ ਚਰਚਾ ਹੋਣ ਦੀ ਲੋੜ ਹੈ? ਇੱਕ ਸਿੱਖ ਆ ਅੰਮ੍ਰਿਤਧਾਰੀ, ਇੱਕ ਸਹਿਜਧਾਰੀ ਸਿੱਖ। ਇਹ ਜਿਹੜਾ ਸਹਿਜਧਾਰੀ ਸਿੱਖ ਆ, ਜਿਹੜਾ ਰੋਮਾਂ ਦੀ ਬੇਅਦਬੀ ਕਰਦਾ, ਉਹ ਵੀ ਕਹਿੰਦਾ ਮੈਂ ਸਹਿਜਧਾਰੀ ਸਿੱਖ ਹਾਂ। ਠੀਕ ਆ ਵੀ ਗੁਰੂ ਨੂੰ ਸਮਰਪਿਤ ਆ ਉਹ, ਪਰ ਇਹ ਕਿਉਂਕਿ ਰਾਈਟ ਟੂ ਵੋਟ ਆ, ਜਿਹੜਾ ਦਿੱਲੀ ਗੁਰਦੁਆਰਾ ਐਕਟ ਆ, ਉਹ ਕਿਉਂਕਿ ਲੇਟੈਸਟ 73 'ਚ ਬਣਿਆ, ਉਹਦੇ ਵਿੱਚ ਸਿੱਖ ਜਿਹੜਾ ਅੰਮ੍ਰਿਤਧਾਰੀ ਇੱਕ ਸਿੱਖ ਆ ਤੇ ਇੱਕ ਸਹਿਜਧਾਰੀ ਸਿੱਖ ਆ, ਜਿਹੜਾ ਸਾਬਤ ਸੂਰਤ ਹੈਗਾ ਪਰ ਅੰਮ੍ਰਿਤ ਨਹੀਂ ਛਕਿਆ। ਹੁਣ ਉਹ ਦੋਹਾਂ ਦਾ ਜਿਹੜੇ ਇੱਥੇ ਹਾਈ ਕੋਰਟ ਦੇ ਵਿੱਚ ਪੰਜਾਬ 'ਚ ਫੈਸਲਾ ਹੋਇਆ, ਉਹ ਸਹਿਜਧਾਰੀ ਫੈਡਰੇਸ਼ਨ ਜਿੱਤ ਗਈ। ਉਹ ਕਹਿੰਦੇ ਜੀ ਵੀ ਸਾਨੂੰ ਵੀ ਭਾਵੇਂ ਰੋਮਾਂ ਦੀ ਬੇਅਦਬੀ ਕਰਦੇ, ਸਾਨੂੰ ਰਾਈਟ ਟੂ ਵੋਟ ਹੈਗਾ। ਸੁਪਰੀਮ ਕੋਰਟ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਈ, ਉਹਦੇ ਵਿੱਚ ਕੀ ਹੋਇਆ ਸੀ ਉਹਨੂੰ ਫੈਸਲੇ ਨੂੰ ਤੁਸੀਂ ਜੇ ਗੌਰ ਨਾਲ ਪੜ੍ਹੋਗੇ, ਉਹ ਫੈਸਲਾ ਸੀਗਾ ਵੀ ਬਾਈ ਨੋਟੀਫਿਕੇਸ਼ਨ ਜਿਹੜੀ ਆ ਸੈਂਟਰ ਗੌਰਮੈਂਟ ਇਹ ਨਹੀਂ ਕਰ ਸਕਦੀ, ਕਿਉਂਕਿ ਇਹ ਜੇ ਲਾਗੂ ਹੋਣਾ ਤੇ ਇਹ ਲਾਗੂ ਕੇਵਲ ਬਿੱਲ ਪਾਸ ਹੋ ਕੇ ਹੋਣਾ। ਮੇਨ ਵਾਈਲ ਸੁਪਰੀਮ ਕੋਰਟ 'ਚ ਡਿਊਰਿੰਗ ਦਾ ਪੈਂਡੈਂਸੀ ਆਫ ਦੈਟ ਅਪੀਲ ਪਾਰਲੀਮੈਂਟ ਦੋਹਾਂ ਦੇ ਵਿੱਚ ਬਿੱਲ ਪੇਸ਼ ਹੋਇਆ ਕਿ ਸਹਿਜਧਾਰੀ ਜਿਹੜਾ ਕਿਹੜਾ ਹੋਊਗਾ। ਉਹ ਦੋਹਾਂ ਹਾਊਸਾਂ ਨੇ ਜਿਹੜੇ ਪਾਸ ਕਰਤਾ, ਦੈਨ ਇਨਫਰੈਕਚਸ ਹੋ ਗਏ ਸੀ ਸੁਪਰੀਮ ਕੋਰਟ ਦੇ ਵਿੱਚ। ਉਹਨੇ ਕਿਹਾ ਜੀ ਹੁਣ ਤਾਂ ਐਜ ਇਟ ਇਜ਼ ਔਨ ਦਾ ਲੀਗਲ ਆਸਪੈਕਟ ਜਿਹੜਾ ਨੋਟੀਫਿਕੇਸ਼ਨ ਦਾ ਸੀ ਉਹ ਤਾਂ ਖਤਮ ਹੋ ਗਿਆ, ਕਿਉਂਕਿ ਬਿੱਲ ਬਣ ਗਿਆ। ਹੁਣ ਜਿਹੜੀ ਅਗਾਂਹ ਦੀ ਗੱਲ ਆ, ਅਗਾਂਹ ਜੇ ਕੋਈ ਆਪਣੇ ਰਾਧਾ ਸਵਾਮੀ ਆ ਜਾਂ ਕੋਈ ਹੋਰ ਕਿਸੇ ਸੈਕਟਰ ਨਾਲ ਜੁੜਦਾ, ਇਹਦਾ ਇੱਕ
ਫਾਰਮਾ ਆਉਂਦਾ, ਪਰਫਾਰਮਾ ਆਉਂਦਾ, ਊੜਾ ਤੇ ਐੜਾ। ਇੱਕ ਹੁੰਦਾ ਸਹਿਜਧਾਰੀ ਲਈ ਜਿਹੜਾ ਅੰਮ੍ਰਿਤਧਾਰੀ ਨਹੀਂਗਾ, ਇੱਕ ਹੁੰਦਾ ਅੰਮ੍ਰਿਤਧਾਰੀ ਲਈ। ਉਹ ਅੰਮ੍ਰਿਤਧਾਰੀ ਦੇ ਵਿੱਚ ਉਹਦੇ ਵਿੱਚ 4 ਮੱਦਾਂ ਜਿਹੜੀਆਂ ਮੇਨ ਹੁੰਦੀਆਂ ਭਈ ਮੈਂ ਗੁਰੂ ਪਾਤਸ਼ਾਹ ਦੇ ਆਸਥਾ ਰੱਖਦਾ। ਤੇ ਜੇ ਹੁਣ ਕੋਈ ਫਾਰਮ ਉਹਨੂੰ ਭਰ ਦਿੰਦਾ ਆ ਆਸਥਾ ਰੱਖ ਕੇ ਤੇ ਉਹਨੂੰ ਫਿਰ ਤੁਸੀਂ ਕਿਉਂਕਿ ਇਲੈਕਸ਼ਨ ਆਪਾਂ ਕਹਿ ਲਈਏ SDM ਨੇ ਉਹ ਵੋਟਾਂ ਬਣਾਉਣੀਆਂ ਹੁੰਦੀਆਂ, ਹਰ ਇੱਕ ਹਲਕੇ ਦੀਆਂ ਬਣਾਉਣੀਆਂ। ਤੇ ਜੇ ਉਹ ਬੰਦਾ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਤੇ ਆਸਥਾ ਰੱਖਦਾ, ਉਹਨੂੰ ਫਿਰ ਤੁਸੀਂ ਕੀ ਕਹੋਗੇ? ਸੋ ਇਸ ਕਰਕੇ ਇਹਦਾ ਵੈਰੀਫਿਕੇਸ਼ਨ ਸਰਕਾਰ ਨੇ ਕਰਨੀ ਹੁੰਦੀ ਆ। ਉਹਦਾ ਬਕਾਇਦਾ ਪਰਫਾਰਮਾ ਆਉਂਦਾ, ਭਰਿਆ ਜਾਂਦਾ, ਉਹਦੇ ਇਨ ਦਾ ਸ਼ੇਪ ਆਫ ਐਫੀਡੈਵਿਟ ਹੁੰਦਾ ਵੀ ਮੈਂ ਸਿੱਖ ਹਾਂ, ਮੈਂ ਪਤਤ ਨਹੀਂਗਾ। ਉਹ ਫਿਰ ਉਹਨਾਂ ਨੇ ਭਰ ਕੇ ਦੇਣੇ ਆ, ਦੈਨ ਉਹ ਆਪਣੇ ਪਟਵਾਰੀ ਕੋ ਜਾਣੇ ਆ, ਕਾਨੂੰਗੋ ਨੇ ਗਾਹਾਂ SDM ਕੋ ਭੇਜਣੇ ਆ। ਉਹ ਫਿਰ ਕਿਉਂਕਿ ਇੱਕ ਜਿਹੜਾ ਬਣਦੀ ਤੁਹਾਡੇ ਆਪਣੇ ਸੂਚੀ ਆਪਾਂ ਕਹਿ ਲੈਨੇ, ਉਹ ਸਰਕਾਰ ਬਣਾਉਂਦੀ ਆ। ਇਹ ਤਾਂ ਹੁਣ ਉਹ ਨਹੀਂ ਦੇਖਣਾ ਆ ਵੀ ਇਹ ਕਿਹੜੇ ਇਹਦੇ 'ਚ ਹੈਗੇ ਤਾਂ ਕਿਹੜੇ। ਜੇ ਕੋਈ ਬੰਦਾ ਫਾਰਮ ਭਰ ਕੇ ਦੇ ਦਿੰਦਾ ਆ ਵੀ ਮੈਂ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਆ, ਬਾਕੀ ਸ਼ਰਤਾਂ ਲਿਖ ਕੇ ਦਿੰਦਾ ਆ ਇਨ ਦਾ ਸ਼ੇਪ ਆਫ ਐਫੀਡੈਵਿਟ, ਤੇ ਫਿਰ ਇਹ ਹੁਣ ਸਰਕਾਰ ਦੇਖੇ ਵੀ ਉਹਨੂੰ ਦੇਖਣਾ ਵੀ ਕਿਹਦੇ ਨਾਲ ਉਹ ਸੰਬੰਧ ਰੱਖਦਾ ਆ। ਪ੍ਰਧਾਨ ਸਾਹਿਬ, ਤੁਸੀਂ ਕਾਨੂੰਨੀ ਮਾਹਰ ਵੀ ਹੋ ਤੇ ਇੱਕ ਹੋਰ ਬਹੁਤ ਅਹਿਮ ਮਸਲਾ ਵਿਦਵਾਨਾਂ ਦੇ ਵਿੱਚ ਛਿੜਦਾ ਹੈ ਕਿ ਸਿੱਖੀ ਦੀ ਜਿਹੜੀ ਪਰਿਭਾਸ਼ਾ ਆ ਅਕਾਲ ਤਖਤ ਸਾਹਿਬ ਦੇ ਰਹਿਤਨਾਮਿਆਂ ਦੇ ਵਿੱਚ ਸਪਸ਼ਟ ਹੈ, ਸ਼੍ਰੋਮਣੀ ਕਮੇਟੀ ਵੱਲੋਂ ਸਪਸ਼ਟ ਹੈ, ਦਿੱਲੀ ਕਮੇਟੀ ਦੇ ਅੰਦਰ ਸਪਸ਼ਟ ਹੈ, ਪਰ ਇਹ ਸਭ ਦੇ ਵਿੱਚ ਦੂਸਰੇ ਪਾਸੇ ਆਨੰਦ ਮੈਰਿਜ ਐਕਟ ਦਾ ਮਸਲਾ ਆ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਇਹਨੂੰ ਲਾਗੂ ਕਰਾਂਗੇ, ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਲਾਗੂ ਕਰਨ ਨਾਲ ਮਸਲੇ ਨਹੀਂ ਹੱਲ ਹੁੰਦੇ। ਮਸਲੇ ਤਾਂ ਹੱਲ ਹੋਣਗੇ ਜੇ ਕੇਂਦਰ ਦੇ ਵਿੱਚ ਆਲ ਓਵਰ ਇੰਡੀਆ ਅਜਿਹਾ ਕੁਝ ਮਸਲਾ ਬਣੇ, ਹੱਲ ਹੋਵੇ। ਤੇ ਦੂਸਰਾ, ਸੰਵਿਧਾਨ ਦੀ ਧਾਰਾ 25 ਦੇ ਬਾਰੇ ਬਹੁਤ ਜ਼ਿਆਦਾ ਚਰਚਾ ਛਿੜਦੀ ਹੁੰਦੀ ਆ। ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਨੂੰ ਬਤੌਰ ਸੰਸਥਾ ਧਾਰਾ 25 ਨੂੰ ਲੈ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ? ਤੇ ਆਹ ਸਾਰੇ ਜਿਹੜੇ ਮਸਲੇ ਆ, ਬਹੁਤ ਸਾਰੇ ਵਿਦਵਾਨ ਕਹਿੰਦੇ ਕਿ ਧਾਰਾ 25 ਨੂੰ ਚੁਣੌਤੀ ਦੇਣ ਦੇ ਨਾਲ ਹੱਲ ਹੋ ਜਾਂਦੇ ਆ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮਤੇ ਆ ਇਦਾਂ ਦੇ ਪਏ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਕਿਉਂਕਿ ਸਾਡੇ ਕੋਲ ਉਹ ਨਹੀਂ ਤਰੀਕਾ ਵੀ ਅਸੀਂ ਉਹਨੂੰ ਮਨਾ ਹੀ ਸਕਦੇ ਹਾਂ। ਅਸੀਂ ਸਿਰਫ ਇੱਕ ਅਪੀਲ ਕਰਦੇ ਹਾਂ, ਆਨੰਦ ਮੈਰਿਜ ਐਕਟ ਦੇ ਵਿੱਚ ਬਹੁਤ ਲਕੂਨੇ ਆ, ਉਹ ਲਕੂਨੇ ਦੂਰ ਕਰਨੇ ਪੈਣਗੇ। ਅਸੀਂ ਵੀ ਆਪਣੀਆਂ ਪ੍ਰਪੋਜ਼ਲਾਂ ਬਣਾਈਆਂ ਆ, ਵਕੀਲ ਵੀ ਕੁਛ ਉਹਦੇ ਵਿੱਚ ਅਸੀਂ ਕੀਤੇ ਆ ਹਾਇਰ, ਵੀ ਜਿਹੜੇ ਇਹਨੂੰ ਪਚੀਦਾ ਕਾਨੂੰਨੀ ਤੌਰ ਤੇ ਇਹਦਾ ਸਾਰਾ ਦਰਪੇਸ਼ ਆਨੰਦ ਮੈਰਿਜ ਐਕਟ ਲਾਗੂ ਕਰ ਦੇਣਾ ਕੋਈ ਵੱਡੀ ਗੱਲ ਨਹੀਂ। ਕੱਲ੍ਹ ਨੂੰ ਉਹਦੇ ਦਰਪੇਸ਼ ਸਮੱਸਿਆਵਾਂ ਜਿਹੜੀਆਂ ਉਹ ਵੀ ਕਰਨੀਆਂ ਚਾਹੀਦੀਆਂ। ਇਹ ਠੀਕ ਹੈ ਵੀ ਸਿੱਖਾਂ ਨੂੰ ਚਾਹੀਦਾ ਇਹੋ ਹੀ ਆ ਵੀ ਸੈਕਸ਼ਨ 25 ਤਾਂ ਸਾਨੂੰ ਸਾਰੇ ਰਾਈਟ ਆ, ਧਾਰਮਿਕ ਤੌਰ ਤੇ ਸਾਨੂੰ ਅੱਜ ਜੇ ਧਾਰਮਿਕ ਤੌਰ ਤੇ ਸਾਨੂੰ ਰਾਈਟ ਹੈ ਤੇ ਉਹ ਸਾਡੇ ਧਾਰਮਿਕ ਚਿੰਤਾ ਇਹ ਕਦੇ ਕਕਾਰ ਲਹਾ ਲੈਂਦੇ ਆ, ਕਦੇ ਕੜਾ ਲਹਾ ਲੈਂਦੇ, ਕਦੇ ਕੁਛ ਲਹਾ ਲੈਂਦੇ ਆ। ਇਹ ਤਾਂ ਸਮੁੱਚੀ ਕੌਮ ਦਾ ਇੱਕ ਮਸਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਵੀ ਇਹ ਆਉਂਦੀ ਆ ਨੋਟਿਸ ਦੇ ਵਿੱਚ, ਅਸੀਂ ਕਦੇ ਕਤਾਹੀ ਨਹੀਂ ਉਹਦੇ ਲਈ ਕੀਤੀ। ਸੋ ਉਹਦੇ ਵਿੱਚ ਅਸੀਂ ਕਰਦੇ ਸੀ ਵੀ ਜਿੱਲੇ ਇੱਕ ਵਾਰੀ ਮਨੁੱਖ, ਕਿਉਂਕਿ ਹਿੰਦੂ ਸਕਸੈਸ਼ਨ ਐਕਟ ਆ, ਹਿੰਦੂ ਗਾਰਡੀਅਨ ਐਂਡ ਬਾਰਡਸ ਐਕਟ ਆ, ਫਿਰ ਉਹ ਕਿਹਦੇ ਤਹਿਤ ਕਵਰੇ ਹੋਣਗੇ? ਕਿਉਂਕਿ ਉਹਦਾ ਫਿਰ ਇੱਕ ਸਿਸਟਮ ਅਸੀਂ ਕਹਿੰਦੇ ਆ ਬਹੁਤ ਚੰਗੀ ਗੱਲ ਆ। ਇਹ ਕੌਮ ਦੀ ਬੜੀ ਵੱਡੀ ਮੰਗ ਆ ਬੜੇ ਲੰਬੇ ਸਮੇਂ ਦੀ। ਕੁਛ ਥਾਂ 'ਤੇ ਲਾਗੂ ਹੋ ਜਾਂਦੇ, ਕੁਛ ਥਾਂ 'ਤੇ ਜਿਹੜੇ ਪਰਫਾਰਮਾ ਭਰਦੇ ਉਹ ਔਨ ਰਿਕਾਰਡ ਕਿਤੇ ਕੰਪਿਊਟਰ ਦੇ ਵਿੱਚ ਲੱਭਦਾ ਹੀ ਨਹੀਂਗਾ। ਪਰ ਚਲੋ ਅਸੀਂ ਵੀ ਆਪਣੇ ਤੌਰ ਤੇ ਲੱਗੇ ਹੋਵਾਂ, ਕਿਉਂਕਿ ਸਰਮੌਰ ਜਥੇਬੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਇਹ ਬੜੀ ਵੱਡੀ ਮੰਗ ਸੀ ਆਨੰਦ ਮੈਰਿਜ ਐਕਟ ਦੀ। ਪਰ ਫਿਰ ਮੈਂ ਉਹਦੇ ਬਾਰੇ ਇਹ ਤੁਹਾਨੂੰ ਕਹਿਣਾ ਚਾਹੁੰਦਾ, ਬਹੁਤ ਚੰਗੀ ਗੱਲ ਆ, ਲਾਗੂ ਹੋ ਜਾਣਾ ਚਾਹੀਦਾ। ਪਰ ਉਹਦੇ ਵਿੱਚ ਜਿੱਥੇ ਕੋਈ ਲਕੂਨੇ ਹੈਗੇ ਆ, ਉਹ ਵੀ ਜਿਹੜੇ ਆ ਉਹ ਆਪਾਂ ਨੂੰ ਸ਼੍ਰੋਮਣੀ ਕਮੇਟੀ ਵੀ ਲੱਗੀ ਹੋਆ, ਅਸੀਂ ਵਕੀਲਾਂ ਦੀ ਟੀਮ ਵੀ ਹਾਇਰ ਕੀਤੀ ਆ, ਆਪਣੇ ਤੌਰ ਤੇ ਵੀ ਲੱਗੇ ਹੋਵਾਂ, ਉਹ ਸਾਰੇ ਜਿਹੜੇ ਆ ਉਹ ਵੀ ਦੂਰ ਹੋ ਜਾਣੇ ਚਾਹੀਦੇ, ਤਾਂ ਕਿ ਇਨ ਫਿਊਚਰ ਕੋਈ ਇਦਾਂ ਦੀ ਕੰਟਰੋਵਰਸੀ ਜਾਂ ਇਦਾਂ ਦਾ ਕੋਈ ਬੰਦਾ ਮਹਿਸੂਸ ਨਾ ਇਸ ਗੱਲ ਦਾ ਕਰੇ। ਜੀ, ਆਖਰੀ ਸਵਾਲ ਹੈ ਪ੍ਰਧਾਨ ਸਾਹਿਬ ਕਿ ਬਹੁਤ ਸਾਰੀਆਂ ਚੀਜ਼ਾਂ ਆਪਾਂ ਚੰਗੀਆਂ ਵੀ ਵੇਖ ਰਹੇ ਹਾਂ ਕਿ ਪੰਜਾਬ ਤੋਂ ਬਾਹਰ ਰਸ਼ੀਆ ਦੇ ਅੰਦਰ, ਵਿਦੇਸ਼ਾਂ 'ਚ, ਚਾਹੇ ਉਹ ਇੰਗਲੈਂਡ ਹੋਵੇ, ਕੈਨੇਡਾ ਹੋਵੇ, ਜਿਹੜੇ ਕਿ ਭਾਰਤੀ ਮੂਲ ਦੇ ਜਾਂ ਪੰਜਾਬ ਮੂਲ ਦੇ ਨਹੀਂ ਹੈਗੇ, ਉਹ ਵੀ ਸਿੰਘ ਸੱਜ ਰਹੇ ਨੇ। ਪਰ ਉਹਨਾਂ ਦੇ ਅੰਦਰੋਂ ਜਿਹੜਾ ਪ੍ਰਚਾਰ ਹੈ, ਕਿਸੇ ਦੀ ਰਸ਼ੀਅਨ ਜ਼ੁਬਾਨ ਹੋਏਗੀ, ਕਿਸੇ ਦੀ ਇਟਾਲੀਅਨ ਹੋਏਗੀ, ਕਿਸੇ ਦੀ ਕੋਈ ਵੀ ABCD ਜ਼ੁਬਾਨ ਹੋਏਗੀ। ਸ਼੍ਰੋਮਣੀ ਕਮੇਟੀ ਇਹਨਾਂ ਜ਼ੁਬਾਨਾਂ ਦੇ ਵਿੱਚ ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਉਲੱਥਿਆਂ ਨੂੰ ਉਹਨਾਂ ਤੱਕ ਸਮਝਾਉਣ ਦੇ ਲਈ ਕੀ ਕੋਸ਼ਿਸ਼ਾਂ ਕਰ ਰਹੀ ਹੈ? ਦੇਖੋ, ਜਿਹੜੀ ਪਵਿੱਤਰ ਗੁਰਬਾਣੀ ਆ ਜਾਂ ਨਿਤਨੇਮ ਆ, ਜਿੱਲੇ ਤੁਸੀਂ ਪੰਜਾਬੀ ਨੂੰ ਅੰਗਰੇਜ਼ੀ 'ਚ ਲਿਖਿਆ ਪੜ੍ਹਦੇ ਆ ਤਾਂ ਜਿਹੜਾ ਪੰਜਾਬੀ ਦਾ ਮਾਰ ਹੋਊਗਾ ਉਹ ਤਾਂ ਪੜ੍ਹ ਲਊਗਾ, ਨਹੀਂ ਤਾਂ ਉਹਨੂੰ ਦੂਜੇ ਬੰਦੇ ਨੂੰ ਸਮੱਸਿਆਵਾਂ ਆਉਂਦੀਆਂ। ਇਹ ਪਿੱਛੇ ਵੀ ਅਸੀਂ ਬੈਠ ਕੇ ਡਿਸਕਸ ਕੀਤਾ ਸੀ, ਕੁਛ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਵੀ ਮਿਲੇ ਸੀਗੇ।
ਉਹਨਾਂ ਨੇ ਸਿਸਟਮ ਵੀ ਸ਼ੁਰੂ ਕੀਤਾ ਆ ਵੀ ਇਹਨੂੰ ਆਪਾਂ ਕਿਸ ਢੰਗ ਦੇ ਉੱਤੇ ਅਸਲੀਅਤ ਜਿਹੜੀ ਆ ਉਹ ਸਾਹਮਣੇ ਆਵੇ। ਤੇ ਹੁਣ ਅਸੀਂ ਸਿੱਖ ਰਿਸਰਚ ਬੋਰਡ ਦੇ ਵਿੱਚ ਯਤਨ ਕਰਾਂਗੇ ਵੀ ਅਸੀਂ ਇਸ, ਕਿਉਂਕਿ ਲੰਮੇ ਸਮੇਂ ਦੀ ਮੰਗ ਆ, ਪਰ ਇਹ ਆ ਵੀ ਜਿਹੜੇ ਪਵਿੱਤਰ ਗੁਰਬਾਣੀ ਸਿੱਖ ਇਤਿਹਾਸ ਵੀ ਦਿੱਤਾ ਜਾ ਸਕਦਾ, ਕੋਈ ਦਿੱਕਤ ਨਹੀਂ। ਜਿਹੜੀ ਪਵਿੱਤਰ ਗੁਰਬਾਣੀ ਦੇ ਸਾਡੇ ਟਰਾਂਸਲੇਸ਼ਨਾਂ ਵੀ ਕੀਤੀਆਂ ਬਹੁਤ ਵਿਦਵਾਨਾਂ ਨੇ, ਪਰ ਜਿਹੜੇ ਇਹਨੂੰ ਤੁਸੀਂ ਦੂਜੀ ਭਾਸ਼ਾ 'ਚ ਕਰੋਗੇ, ਉਹਦੇ ਉਚਾਰਨ ਦੇ ਵਿੱਚ ਕੁਦਰਤੀ ਈਡੀ ਕਿੱਦਾਂ ਪੜ੍ਹਨਾ ਉਹਨੂੰ, ਇਹ ਹੈਗੀਆਂ ਕੁਝ ਸਮੱਸਿਆਵਾਂ, ਕੁਝ ਮੈਂ ਡਿਸਕਸ ਵੀ ਕੀਤੀਆਂ ਸੀਗੀਆਂ। ਸਿੱਖ ਇਤਿਹਾਸ ਤੇ ਹੋ ਹੀ ਸਕਦਾ। ਸਿੱਖ ਇਤਿਹਾਸ ਤਾਂ ਚਲੋ ਅਸੀਂ ਛਾਪ ਦਈਆਂ ਸੀ, ਹੁਣ ਤੁਹਾਡੇ ਗਏ ਆ ਉੱਥੇ ਆਪਣੇ ਪੰਜਾ ਸਾਹਿਬ ਤੇ ਉਰਦੂ ਦੇ ਵਿੱਚ ਲਿਖ ਕੇ ਭੇਜਿਆ ਉਹਨਾਂ ਨੂੰ, ਇੰਗਲਿਸ਼ 'ਚ ਵੀ ਛਾਪਦੇ ਆ, ਹਿੰਦੀ 'ਚ ਵੀ ਛਾਪਦੇ ਆ, ਪਰ ਲੋੜ ਹੁੰਦੀ ਆ ਵੀ ਜਿਸਲੇ ਤੁਸੀਂ ਪਵਿੱਤਰ ਗੁਰਬਾਣੀ ਨੂੰ ਜਿਸਲੇ ਤੁਸੀਂ ਨਾਲ ਉਹਦੇ ਅੰਕਿਤ ਕਰਨਾ ਆ, ਫਿਰ ਉਹਦਾ ਪ੍ਰੋਨਾਂਸੀਏਸ਼ਨ ਜਾਂ ਉਹਦੇ ਅੱਖਰ ਜਿਹੜੇ ਆ ਉਸੇ ਤਰਜਮਾਨੀ ਕਰਨ ਜੋ ਸਾਡੀ ਓਰੀਜਨਲਟੀ ਹੈਗੀ ਆ। ਸੋ ਪ੍ਰਧਾਨ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਕੀਤੀਆਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਪ੍ਰਧਾਨ ਹਰਜਿੰਦਰ ਸਿੰਘ ਧਾਮੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਜ਼ਿੰਮੇਵਾਰੀਆਂ ਦੇ ਉੱਤੇ ਸਿਲਸਿਲੇਵਾਰ ਅਸੀਂ ਗੱਲ ਕੀਤੀ ਅਤੇ ਤੁਹਾਡੇ ਬਹੁਤ ਸਾਰੇ ਸਵਾਲ ਜੋ ਸਾਡੇ ਤੱਕ ਪਹੁੰਚੇ ਸੀ, ਅਸੀਂ ਉਹ ਪ੍ਰਧਾਨ ਸਾਹਿਬ ਦੇ ਨਾਲ ਡਿਸਕਸ ਕੀਤੇ। ਆਉਣ ਵਾਲੇ ਸਮੇਂ ਦੇ ਅੰਦਰ ਇਹ ਨਹੀਂ ਹੈ ਕਿ ਚੁਣੌਤੀਆਂ ਖਤਮ ਹੋਣ ਵਾਲੀਆਂ, ਚੁਣੌਤੀਆਂ ਰਹਿਣ ਵਾਲੀਆਂ ਨੇ ਅਤੇ ਉਮੀਦ ਇਹੋ ਹੁੰਦੀ ਹੈ ਸਮੁੱਚੀ ਕੌਮ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਡੀਲ ਕਰੇ। ਸੋ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੀ ਇਹ ਮੁਲਾਕਾਤ ਪ੍ਰਧਾਨ ਸਾਹਿਬ ਦੇ ਨਾਲ ਸੀ। ਮੁਲਾਕਾਤ ਕਿਵੇਂ ਦੀ ਲੱਗੀ, ਇਸ ਦੇ ਬਾਰੇ ਫੀਡਬੈਕ ਜ਼ਰੂਰ ਦਿਓ। ਇਸ ਦੇ ਨਾਲ ਹੀ ਆਪਣੇ ਦੋਸਤ ਹਰਪ੍ਰੀਤ ਸਿੰਘ ਕਾਲੋ ਨੂੰ, ਕੈਮਰਾਮੈਨ ਪਰਵਿੰਦਰ ਸਿੰਘ ਦੇ ਨਾਲ ਦਿਓ ਆਗਿਆ।